ਮੁੱਖ ਤੌਰ ਤੇ ਜਿਹੜੀ ਅੱਜ ਦੀ ਰੈਲੀ ਹੈ ਇਹ ਰੈਡੀਕਲ ਅਸੀਂ ਵੱਲੋਂ ਰੱਖੀ ਗਈ ਹੈ, ਜਿਹੜਾ ਕਿ ਇੱਕ ਆਲਟਰਨੇਟਿਵ ਮੀਡੀਆ ਅਦਾਰਾ ਹੈ, ਪਰ ਇਸ ਨੂੰ ਸਹਿਯੋਗ ਦਿੱਤਾ ਗਿਆ ਹੈ ਇੰਡੀਅਨਸ ਅਬਰੋਡ ਫॉर ਪਲੂਰਲਿਸਟ ਇੰਡੀਆ ਵੱਲੋਂ, IAPI ਨਾਲ ਜਥੇਬੰਦੀ ਵੱਲੋਂ, ਜਿਹੜੀ ਕਿ ਵੰਨ ਸੁਵੰਨਤਾ ਨੂੰ ਅਪਣਾਈ ਹੋਈ ਹੈ। ਜਦੋਂ ਤੋਂ ਇਹ ਮੋਦੀ ਸਰਕਾਰ ਆਈ ਹੈ, ਘੱਟ ਗਿਣਤੀ ਤੇ ਹਮਲੇ ਤਿੱਖੇ ਹੋਏ ਨੇ, ਉਸ ਦੇ ਖਿਲਾਫ ਇਹ ਜਥੇਬੰਦੀ ਹੋਣ ਦੀ ਹੈ। ਤੋ ਅੱਜ ਅਸੀਂ ਸਮਝਦੇ ਹਾਂ ਕਿ ਜਿਹੜੇ ਕਸ਼ਮੀਰੀ ਪੱਤਰਕਾਰਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਜਾਂ ਜਿਹੜੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਹੋਏ ਨੇ, ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ। ਤੋ ਉਸ ਨਾਤੇ ਇਹ ਜਿਹੜੀ ਹੈ ਅੱਜ ਦੀ ਇਹ ਜ਼ੂਮ ਰੈਲੀ ਰੱਖੀ ਗਈ ਹੈ, ਜਿਸ ਵਿੱਚ ਮੈਂ ਸਭ ਤੋਂ ਪਹਿਲਾਂ ਸੱਦਾ ਦੇਵਾਂਗਾ ਆਪਣੇ ਸਾਥੀ ਅੰਮ੍ਰਿਤ ਦੀਵਾਨਾ ਸਾਹਿਬ ਨੂੰ ਕਿ ਗੌਰੀ ਲੰਕੇਸ਼ ਨੂੰ ਸਮਰਪਿਤ ਇੱਕ ਬੜੀ ਕਮਾਲ ਦੀ ਕਵਿਤਾ ਉਹਨਾਂ ਨੇ ਲਿਖੀ ਹੈ। ਉਹਨਾਂ ਦੀ ਕਵਿਤਾ ਸੁਣਦੇ ਹਾਂ, ਉਸ ਤੋਂ ਬਾਅਦ ਅਸੀਂ ਅਗਲੇ ਬੁਲਾਰੇ ਨੂੰ ਸੱਦਾਂਗੇ। ਅੰਮ੍ਰਿਤ ਦੀਵਾਨਾ ਸਾਹਿਬ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਦੋਸਤੋ, ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਜਿਹੜੇ ਪੱਤਰਕਾਰ ਨਿਰਪੱਖ ਤੌਰ ਤੇ ਜਿਹੜੇ ਸਰਕਾਰੀ ਜ਼ਬਰ ਦੇ ਖਿਲਾਫ ਆਵਾਜ਼ ਉਠਾਉਂਦੇ ਉਹਨੂੰ ਕਿੱਦਾਂ ਗ੍ਰਿਫਤਾਰ ਕੀਤਾ ਜਾ ਰਿਹਾ। ਅੱਜ ਤੋਂ ਕੁਝ ਵਰੇ ਪਹਿਲਾਂ ਬੰਗਲੌਰ ਦੀ ਇੱਕ ਬਹੁਤ ਹੀ ਬਹਾਦਰ ਪੱਤਰਕਾਰ ਗੌਰੀ ਲੰਕੇਸ਼, ਜੋ ਕਿ ਫਿਰਕੂ ਲੋਕਾਂ ਦੇ ਖਿਲਾਫ, ਹੈਲੋ ਤੁਹਾਡੀ ਗੱਲ ਸੁਣ ਰਹੇ ਜੀ ਦੀਵਾਨਾ ਸਾਹਿਬ? ਹਾਂਜੀ, ਫਿਰਕੂ ਲੋਕਾਂ ਦੇ ਖਿਲਾਫ ਉਹਨੇ ਕਾਫੀ ਲਿਖਦੀ ਹੁੰਦੀ ਸੀ, ਜਾਂ ਉਹ ਜਿਹੜੀਆਂ ਗਲ ਚੁੱਕੀਆਂ ਕਦਰਾਂ ਕੀਮਤਾਂ ਦੇ ਖਿਲਾਫ ਲਿਖਦੀ ਸੀ, ਉਹਨੂੰ ਸਰਕਾਰੀ ਸ਼ਹਿ ਤੇ ਅਣਪਛਾਤੇ ਗੁੰਡਿਆਂ ਵੱਲੋਂ, ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਮੈਂ ਉਹ ਨਜ਼ਮ ਉਦੋਂ ਲਿਖੀ ਸੀ। ਨਜ਼ਮ ਦਾ ਨਾਂ ਹੈ ਜੀ ਰੋਸ਼ਨੀ ਦੀ ਸ਼ਹਾਦਤ। ਕਿਆ ਬਾਤ। ਅੱਛਾ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ, ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ, ਅੰਧਕਾਰ ਦੇ ਫੈਲੇ ਜੰਗਲ ਨੇ ਇੱਕ ਰੋਸ਼ਨੀ ਨਿਗਲ ਲਈ ਹੈ। ਕਿਆ ਬਾਤ। ਇਹ ਗਲੈਲੀਓ ਖਾਨਦਾਨ ਦੀ ਪੁੱਤਰੀ ਹੈ, ਇਹ ਗਲੈਲੀਓ ਖਾਨਦਾਨ ਦੀ ਪੁੱਤਰੀ ਹੈ, ਦੋਸ਼ ਇਸ ਦਾ ਬਸ ਸਵੇ ਅਵਿਅਕਤੀ ਹੈ। ਮੰਨਦੀ ਨਹੀਂ ਕਿ ਸੂਰਜ ਘੁੰਮਦਾ ਹੈ, ਧਰਤੀ ਸ਼ੇਸ਼ਨਾਗ ਦੇ ਫਨ ਤੇ ਖੜੀ ਹੈ। ਨਾ ਹੀ ਰੱਬੀ ਦੇਣ ਵਰਨ ਵਿਵਸਥਾ ਨੂੰ ਮੰਨੇ, ਨਾ ਹੀ ਰੱਬੀ ਦੇਣ ਵਰਨ ਵਿਵਸਥਾ ਨੂੰ ਮੰਨੇ, ਨਿੱਕੀ ਜਿਹੀ ਕਾਨੀ ਲੈ ਕੇ ਪ੍ਰਾਤਨ ਵਿਸ਼ਵਾਸਾਂ ਨੂੰ ਭੰਨੇ। ਅੰਧਕਾਰ ਦਾ ਜੰਗਲ, ਅੰਧਕਾਰ ਦਾ ਜੰਗਲ ਐ ਪਰ ਫਿਰ ਵੀ ਚਿੰਤਤ ਹੈ। ਆਹ 2 ਸਤਰਾਂ ਰਹਿ ਗਈਆਂ ਸਨ ਕਿ ਨਾ ਰੱਬੀ ਦੇਣ ਵਰਨ ਵਿਵਸਥਾ ਨੂੰ ਮੰਨੇ, ਨਿੱਕੀ ਜਿਹੀ ਕਾਨੀ ਲੈ ਕੇ ਪ੍ਰਾਤਨ ਵਿਸ਼ਵਾਸਾਂ ਨੂੰ ਭੰਨੇ, ਅਸਹਿਮਤੀ ਦੀਏ ਬਣੇ ਹਿਮਾਤਨ ਸ਼ਾਸਤਰਾਂ ਦੇ ਪਾੜੇ ਪੰਨੇ। ਅੰਧਕਾਰ ਦਾ ਜੰਗਲ ਐ ਪਰ ਫਿਰ ਵੀ ਚਿੰਤਤ ਹੈ, ਹੁਣ ਵੀ ਕਿਧਰੇ ਕੋਈ ਨਵੀਂ ਬਿਜਲੀ ਚਮਕ ਪੈਂਦੀ ਹੈ। ਕੀ ਸਾਡੇ ਖੌਫ 'ਚ ਕੋਈ ਕਮੀ ਹੈ, ਕੀ ਸਾਡੇ ਖੌਫ 'ਚ ਕੋਈ ਕਮੀ ਹੈ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ, ਅੰਧਕਾਰ ਦੇ ਫੈਲੇ ਜੰਗਲ ਨੇ ਇੱਕ ਰੋਸ਼ਨੀ ਨਿਗਲ ਲਈ ਹੈ, ਇੱਕ ਰੋਸ਼ਨੀ ਨਿਗਲ ਰਹੀ ਹੈ। ਸ਼ੁਕਰੀਆ ਜੀ। ਦੀਵਾਨਾ ਸਾਹਿਬ, ਬਹੁਤ ਅੱਛੇ, ਬੜੇ ਵਧੀਆ ਤਰੀਕੇ ਨਾਲ ਤੁਸੀਂ ਆਪਣੀ ਕਲਮ ਦੇ ਰਾਹੀਂ ਇਸ ਗੱਲ ਦੀ ਹੋਕਾ ਦਿੱਤਾ ਔਰ ਗੌਰੀ ਲੰਕੇਸ਼ ਦੇ ਕਤਲ ਦੀ ਯਾਦ ਵੀ ਤਾਜ਼ਾ ਕਰਵਾਈ ਹੈ, ਔਰ ਜਿਹੜਾ ਕਸ਼ਮੀਰੀ ਪੱਤਰਕਾਰਾਂ ਦੇ ਜਿਹੜੇ ਹਮਲੇ ਹੋਏ ਨੇ ਉਸਨੂੰ ਉਸ ਦੇ ਨਾਲ ਜੋੜ ਕੇ ਵੇਖਿਆ ਜਾਣਾ ਚਾਹੀਦਾ। ਹੁਣ ਮੈਂ ਸੱਦਾ ਦੇਵਾਂਗਾ ਆਪਣੇ ਸਾਥੀ ਗੁਰਪ੍ਰੀਤ ਸਿੰਘ ਸਹੋਤਾ ਜੀ ਨੂੰ, ਜਿਹੜੇ ਚੜ੍ਹਦੀ ਕਲਾ ਅਖਬਾਰ ਦੇ ਐਡੀਟਰ ਨੇ ਔਰ ਨਾਲ ਦੀ ਨਾਲ ਜਿਹੜਾ ਪੰਜਾਬੀ ਪ੍ਰੈਸ ਕਲੱਬ ਹੈ ਉਸਦੇ ਸਕੱਤਰ ਨੇ। ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਕਸ਼ਮੀਰੀ ਜਰਨਲਿਸਟਾਂ ਦੇ ਖਿਲਾਫ ਜੋ ਚੱਲ ਰਿਹਾ ਉਸ ਨੂੰ ਲਗਾਤਾਰ ਆਵਾਜ਼ ਬੁਲੰਦ ਕੀਤੀ ਔਰ ਆਪਣੇ ਮੰਚ ਰਾਹੀਂ ਬਕਾਇਦਾ ਮਤੇ ਲਿਆ ਕੇ ਸਮੇਂ-ਸਮੇਂ ਤੇ ਲੋਕਾਂ ਨੂੰ ਜਾਣੂ ਕਰਵਾਇਆ। ਵੈਸੇ ਨਵਜੋਤ ਢਿੱਲੋਂ ਜੀ ਵੀ ਸਾਡੇ ਨਾਲ ਸ਼ਾਮਲ ਹੋਣ ਜਾ ਰਹੇ ਨੇ, ਜਿਹੜੇ ਪ੍ਰਧਾਨ ਨੇ ਇਸ ਕਲੱਬ ਦੇ। ਜੀ ਆਇਆਂ ਨਵਜੋਤ ਜੀ। ਤੋਂ ਉਸ ਤੋਂ ਪਹਿਲਾਂ ਅਸੀਂ ਗੁਰਪ੍ਰੀਤ ਸਹੋਤਾ ਜੀ ਦੇ ਵਿਚਾਰ ਸੁਣਨੇ, ਫਿਰ 2 ਸਾਥੀ ਸਾਡੇ ਪੰਜਾਬ ਤੋਂ ਵੀ ਸ਼ਾਮਲ ਹੋਏ, ਉਹਨਾਂ ਦੀ ਗੱਲਬਾਤ ਸੁਣੀ ਜਾਵੇਗੀ। ਗੁਰਪ੍ਰੀਤ ਸਿੰਘ ਸਹੋਤਾ। ਸਾਰੇ ਦੋਸਤਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇੰਨਾ ਹੀ ਕਹਿਣਾ ਚਾਹੂੰਗਾ ਕਿ ਇੱਕ ਮਨੁੱਖ ਹੋਣ ਦੇ ਨਾਤੇ ਜਿਹੜਾ ਵੀ ਕਿਤੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਉਹਦੇ ਉਲਟ ਸਾਨੂੰ ਬੋਲਣਾ ਗੁਰੂ ਨਾਨਕ ਨੇ ਸਿਖਾਇਆ, ਤੇ ਬੋਲਣਾ ਚਾਹੀਦਾ, ਚਾਹੇ ਉਹ ਜ਼ੁਲਮ ਕਿਤੇ ਵੀ ਹੋਇਆ ਹੋਵੇ। ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਲੋਕ ਨੇ ਉਹਦੇ ਖਿਲਾਫ ਬੋਲਦੇ ਆਏ ਨੇ ਹਮੇਸ਼ਾ ਹੀ। ਤੇ ਇੱਕ ਜਿਹੜੀ ਕਹਾਵਤ ਹੈਗੀ ਆ ਕਿ ਮੁਰਦੇ ਜਿਹੜੇ ਹੁੰਦੇ ਆ ਉਹ ਕਦੇ ਆਪਣੇ ਲਈ ਬੋਲ ਨਹੀਂ ਸਕਦੇ ਹੁੰਦੇ, ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਹੁੰਦੇ। ਜਿਹੜੇ ਜਿਉਂਦੇ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ ਕਿ ਉਹਨਾਂ ਦੇ ਲਈ ਬੋਲਣ।
ਤੇ ਹੁਣ ਜਿਵੇਂ ਅੱਗੇ ਧੱਕਾ ਹੋ ਰਿਹਾ ਆ ਪੂਰੇ ਭਾਰਤ ਦੇ ਵਿੱਚ, ਉਹ ਧੱਕਾ ਜਿਹੜਾ ਆ ਕੋਈ ਨਵਾਂ ਨਹੀਂ ਹੈਗਾ। ਇਹ ਧੱਕਾ ਜਿਹੜਾ ਆ ਕਦੀ ਕਿਸੇ ਰੂਪ ਦੇ ਵਿੱਚ ਸਿੱਖਾਂ ਨਾਲ ਹੁੰਦਾ, ਕਦੀ ਫਿਰ ਮਾਓਵਾਦੀਆਂ ਨਾਲ ਹੁੰਦਾ, ਕਦੀ ਨਾਗਿਆਂ ਨਾਲ ਹੁੰਦਾ, ਕਦੀ ਮਿਜ਼ੋਆਂ ਦੇ ਨਾਲ ਹੁੰਦਾ, ਕਦੀ ਬੰਗਲਾਦੇਸ਼ੀਆਂ ਦੇ ਰੂਪ ਵਿੱਚ ਬੰਗਾਲੀਆਂ ਨਾਲ ਹੁੰਦਾ। ਪਰ ਇਹਦਾ ਰੂਪ ਜਿਹੜਾ ਬਦਲਦਾ ਰਹਿੰਦਾ। ਤੇ ਕਸ਼ਮੀਰ ਦੇ ਵਿੱਚ ਧੱਕਾ ਜਿਹੜਾ ਆ ਪਿਛਲੇ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਿਹੜਾ ਜਾਰੀ ਆ, ਨਿਰੰਤਰ ਜਾਰੀ ਆ, ਜਿਹਦੀ ਕਿ ਤਾਜ਼ਾ ਜਿਹੜੀ ਸਥਿਤੀ ਹੈਗੀ, ਹਾਲਤ ਹੈਗੀ, ਉਹ ਆਪਾਂ ਧਾਰਾ 370 ਲਾਉਣ ਤੋਂ ਬਾਅਦ ਪ੍ਰਚੰਡ ਰੂਪ ਦੇ ਵਿੱਚ ਦੇਖ ਰਹੇ ਹਾਂ। ਤੇ ਜਿੰਨੇ ਵੀ ਇਹ ਪੱਤਰਕਾਰ ਹੈਗੇ ਆ, ਚਾਹੇ ਉਹ ਭਾਰਤ ਦੇ ਕਿਸੇ ਹਿੱਸੇ ਵਿੱਚ ਆ, ਚਾਹੇ ਉਹ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਆ, ਜਿਨ੍ਹਾਂ ਨੂੰ ਸਿਰਫ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਉਹ ਮਨੁੱਖਤਾ ਦੀ ਭਲਾਈ ਲਈ ਗੱਲ ਕਰ ਰਹੇ ਆ, ਮਨੁੱਖੀ ਅਧਿਕਾਰਾਂ ਲਈ ਬੋਲ ਰਹੇ ਆ, ਜਾਂ ਉਹਨਾਂ ਲੋਕਾਂ ਦੀ ਆਵਾਜ਼ ਬਣ ਰਹੇ ਆ ਜਿਨ੍ਹਾਂ ਦੀ ਆਵਾਜ਼ ਕੋਈ ਹੋਰ ਨਹੀਂ ਬਣ ਰਿਹਾ। ਸੋ ਉਹਨਾਂ ਦੇ ਨਾਲ ਧੱਕੇ ਹੋਏ ਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਆਪਣੇ ਅਦਾਰੇ ਵੱਲੋਂ ਨਿੱਜੀ ਤੌਰ ਦੇ ਉੱਤੇ ਨਿਖੇਧੀ ਕਰਦਾ। ਤੇ ਜਿੰਨਾ ਚਿਰ ਉਹਨਾਂ ਦੀ ਰਿਹਾਈ ਨਹੀਂ ਹੁੰਦੀ, ਉਹਨਾਂ ਦੇ ਉੱਤੇ ਜਿਹੜੇ ਦਰਜ ਕੇਸ ਹੈ ਉਹ ਖਾਰਜ ਨਹੀਂ ਹੁੰਦੇ, ਤੇ ਅਸੀਂ ਇਸੇ ਤਰ੍ਹਾਂ ਆਵਾਜ਼ ਜਿਹੜੀ ਆ ਉਹ ਉਠਾਉਂਦੇ ਰਹਾਂਗੇ। ਸੁਦਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਵਧੀਆ ਢੰਗ ਨਾਲ ਸਾਰਾ ਕੁਝ ਕਵਰ ਕੀਤਾ। ਅਸੀਂ ਤੁਹਾਡੇ ਰਣੀ ਹੈ। ਤੁਸੀਂ ਆਪਣੇ ਮੰਚ ਤੇ ਪਹਿਲਾਂ ਵੀ ਕਸ਼ਮੀਰੀਆਂ ਲਈ ਆਦਾ ਨਾਰਾ ਮਾਰਿਆ, ਅੱਜ ਫਿਰ ਰੈਲੀ ਵਿੱਚ ਸ਼ਾਮਲ ਹੋ ਕੇ ਤੁਸੀਂ ਉਹਨਾਂ ਗੱਲਾਂ ਨੂੰ ਦੁਹਰਾਇਆ। ਉਸ ਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਔਰ ਤੁਸੀਂ ਬਿਲਕੁਲ ਸਹੀ ਕਿਹਾ ਕਿ ਧੱਕੇ ਤਾਂ ਬਹੁਤ ਚਿਰ ਤੋਂ ਹੁੰਦੇ ਆ ਰਹੇ ਨੇ, ਸਮੇਂ ਸਮੇਂ ਤੇ ਘੱਟ ਗਿਣਤੀਆਂ ਨਾਲ, ਔਰ ਜਿਹੜੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੀ ਕਵਾਇਦ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਪਰ ਇਸ ਸਰਕਾਰ ਦਾ ਖਾਸਾ ਹੈ ਕਿ ਇਸ ਦੇ ਰਾਜ ਵਿੱਚ ਇਹ ਬੜੇ ਤਿੱਖੇ ਰੂਪ ਵਿੱਚ, ਸਪਸ਼ਟ ਰੂਪ 'ਚ ਨਜ਼ਰ ਆ ਰਿਹਾ। ਤਾਂ ਹੁਣ ਮੈਂ ਬੇਨਤੀ ਕਰੂੰਗਾ, ਉਹਦੇ ਵਿੱਚ ਗੁਰਪ੍ਰੀਤ ਜੀ ਮੈਂ ਵਿੱਚ ਐਡ ਕਰਨੀ ਚਾਹਾਂਗਾ ਗੱਲ ਕਿ ਧੱਕੇ ਪਹਿਲਾਂ ਵੀ ਇੱਦਾਂ ਸੀ, ਪਰ ਇਕੱਲੇ ਨਾ ਹੋ ਰਹੇ ਸੀਗੇ। ਉਹ ਸਾਨੂੰ ਦਿਖਾਈ ਨਹੀਂ ਸੀ ਦੇ ਰਿਹਾ। ਕਦੀ ਸਾਨੂੰ ਦਲਿਤ ਹੋਣ ਦੇ ਕਰਕੇ ਧੱਕਾ ਹੋ ਰਿਹਾ ਸੀ, ਕਦੀ ਸਾਨੂੰ ਸਿੱਖ ਹੋਣ ਦੇ ਕਰਕੇ ਮਾਰਿਆ ਜਾ ਰਿਹਾ ਸੀਗਾ। 84 ਤੋਂ ਪਹਿਲਾਂ ਤੋਂ ਸ਼ੁਰੂ ਹੋਇਆ ਹੈ ਕੰਮ। ਤੇ ਇਹ ਜਿਹੜੇ ਧੱਕੇ ਸੀਗੇ ਉਹ ਕਿਸੇ ਨਾ ਕਿਸੇ ਤਰੀਕੇ ਜਾਰੀ ਸੀਗੇ, ਪਰ ਇੰਨੇ ਖੁੱਲ੍ਹਦਲੀ ਤਰੀਕੇ ਦੇ ਨਾਲ ਜਿਹੜੇ ਹੁਣ ਉਹ ਜਾਰੀ ਹੋਏ ਆ। ਸੌਰੀ, ਮੇਰਾ ਫੋਨ ਡਿੱਗ ਰਿਹਾ ਕਿਸੇ ਦਾ ਮੈਸੇਜ ਕਰਕੇ। ਹਾਂਜੀ, ਤੇ ਉਹਦੇ ਕਰਕੇ ਕੀ ਹੋਇਆ ਕਿ ਸਾਨੂੰ ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਬਹੁਤ ਵੱਡੀ ਗੱਲ ਹੋ ਗਈ, ਕਿਉਂਕਿ ਪਹਿਲਾਂ ਇਹ ਜ਼ਾਹਰਾ ਰੂਪ ਦੇ ਵਿੱਚ ਜਿਹੜੇ ਨਹੀਂ ਸੀਗੇ, ਸਿਰਫ ਇਹ ਇੱਕ ਲੁਕਵੇਂ ਰੂਪ ਦੇ ਵਿੱਚ ਚੱਲ ਰਹੇ ਸੀਗੇ। ਜੇ ਹੁਣ ਦੇਖਿਆ ਜਾਵੇ ਕਿ ਜਿਹੜੀ ਅੱਜ ਗੱਲ ਹੋ ਰਹੀ ਆ, ਅੱਜ ਜੋ ਭਾਜਪਾ ਜਾਂ RSS ਜਾਂ ਹੋਰ ਉਹ ਜਥੇਬੰਦੀਆਂ ਕਰ ਰਹੀਆਂ, ਉਹ ਇਸ ਨੂੰ ਸਾਰੇ ਨੂੰ ਗਰਾਊਂਡ ਕਿਹਨੇ ਬਣਾ ਕੇ ਦਿੱਤੀ? 1947 ਤੱਕ ਹੁਣ ਤੱਕ ਜੋ ਨਰਮ ਹਿੰਦੂਤਵ ਆ ਉਹ ਕਿਹਦੀ ਪੈਦਾਇਸ਼ ਹੈਗੀ ਆ? ਅਸੀਂ ਉਦੋਂ ਕਿਉਂ ਚੁੱਪ ਰਹੇ? ਇਹ ਆਪਣੇ ਆਪ ਦੇ ਵੱਲ ਵੀ ਇੱਕ ਸਵਾਲ ਜਿਹੜਾ ਸਾਡੇ ਵੱਲ, ਉਂਗਲਾਂ ਸਾਡੇ ਵੱਲ ਵੀ ਆਉਂਦੀਆਂ। ਜੇ ਸ਼ਾਇਦ ਅਸੀਂ ਉਦੋਂ ਸਾਰੇ ਇਕੱਠੇ ਹੋ ਕੇ ਉਦੋਂ ਬੋਲੇ ਹੁੰਦੇ, ਤਾਂ ਸ਼ਾਇਦ ਅੱਜ ਜਿਹੜੇ ਦਿਨ ਸਾਨੂੰ ਹੰਡਾਉਣੇ ਪੈ ਰਹੇ ਆ ਉਹ ਨਾ ਹੰਡਾਉਣੇ ਪੈਂਦੇ। ਪਰ ਫਿਰ ਵੀ ਕਹਿੰਦਾ ਵੀ ਦੇਰ ਹੈਗੀ ਆ, ਅੰਧੇਰ ਨਹੀਂ। ਤੇ ਹਜੇ ਵੀ ਜੇ ਸਮਝ ਜਾਈਏ ਇਸ ਗੱਲ ਨੂੰ ਕਿ ਸਾਨੂੰ ਇਕੱਠੇ ਹੋ ਕੇ, ਚਾਹੇ ਧੱਕਾ ਕਿਸੇ ਨਾਲ ਵੀ ਹੁੰਦਾ, ਇਹ ਨਾ ਦੇਖੋ ਕਿ ਉਹਦਾ ਧਰਮ ਕੀ ਆ, ਉਹਦੀ ਜਾਤ ਕੀ ਆ, ਉਹਦੀ ਸੋਚ ਕੀ ਆ। ਤੇ ਜੇ ਆਪਾਂ ਏਦਾਂ ਰਲ ਕੇ ਸਾਰੇ ਆਵਾਜ਼ ਉਠਾਵਾਂਗੇ, ਬੀਤੇ ਤੋਂ ਸਬਕ ਸਿੱਖੀਏ, ਤਾਂ ਇਕੱਠੇ ਹੋ ਕੇ ਲੜ ਸਕਦੇ ਹਾਂ। ਬਾਕੀ ਕਸ਼ਮੀਰੀਆਂ ਦੇ ਨਾਲ ਹਮੇਸ਼ਾ ਸੋਲੀਡੈਰਿਟੀ ਰਹੀ ਹੈ। ਤੇ ਚਾਹੇ ਉਹ ਉਹਨਾਂ ਦੀ ਪੱਤਰਕਾਰੀ ਦੀ ਗੱਲ ਆ, ਚਾਹੇ ਉਹਨਾਂ ਦੀ ਉਹ ਸਵੈ ਆਤਮ ਨਿਰਣੇ ਦੀ ਗੱਲ ਹੈਗੀ ਆ, ਉਹਨਾਂ ਨੂੰ ਜਿਹੜਾ ਉਹਨਾਂ ਦਾ ਹੱਕ ਹੈਗਾ ਉਹ ਮਿਲਣਾ ਚਾਹੀਦਾ ਆ। ਤੇ ਕਸ਼ਮੀਰੀ ਪੱਤਰਕਾਰ ਆ, ਚਾਹੇ ਸੌਂਕੇ ਆ ਪੱਤਰਕਾਰ, ਚਾਹੇ ਕੋਈ ਵੀ ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ, ਉਹਨਾਂ ਧੱਕਾ ਹੁੰਦਾ, ਉਹਦੇ ਖਿਲਾਫ ਬੋਲਣਾ ਸਾਡਾ ਫਰਜ਼ ਬਣਦਾ। ਬਿਲਕੁਲ ਸਹੀ ਕਿਹਾ ਸੀ। ਔਰ ਸਹੀ ਹੈ ਕਿ ਜਦੋਂ ਤੁਸੀਂ ਤੁਹਾਡੇ ਤੇ ਜਦੋਂ ਪੈਂਦੀ ਤਾਂ ਤੁਸੀਂ ਕਹਿੰਦੇ ਹੋ, ਦੂਜਿਆਂ ਬਾਰੇ ਤੁਸੀਂ ਚੁੱਪ ਰਹਿੰਦੇ ਹੋ। ਇਸੇ ਕਰਕੇ ਜਿਹੜਾ ਇਹ ਸਮੱਸਿਆ ਆਈ ਹੈ। ਦੋ ਸਾਥੀਆਂ ਨੂੰ ਮੈਂ ਵੇਖ ਨਹੀਂ ਪਾ ਰਿਹਾ ਸਕਰੀਨ ਤੇ। ਪੁਰਸ਼ੋਤਮ ਦੋਸਾਂਝ ਜੀ ਨੂੰ ਬਿਲਕੁਲ ਨਹੀਂ ਵੇਖ ਪਾ ਰਿਹਾ, ਉਹ ਆਪਣਾ ਫੋਨ ਐਡਜਸਟ ਕਰਨ। ਇੱਕ ਹੋਰ ਫੋਨ ਕੋਈ ਆ ਰਿਹਾ, ਮੈਨੂੰ ਪਤਾ ਨਹੀਂ ਕੌਣ ਸੱਜਣ, ਮੈਨੂੰ ਦੱਸ ਰਿਹਾ ਤੁਸੀਂ। ਹਾਂਜੀ ਹਾਂ, ਪਰ ਤੁਸੀਂ ਸਾਨੂੰ ਨਜ਼ਰ ਨਹੀਂ ਆ ਰਹੇ। ਤੁਸੀਂ ਉਹ ਸਕਰੀਨ ਨੂੰ ਮਾੜਾ ਚੈੱਕ ਕਰਿਓ ਆਪਣੀ ਨੂੰ। ਇੱਕ ਹੋਰ ਆਈਕਨ ਪਰ ਮੈਂ ਇਹਦੇ 'ਚ ਕੁਝ ਨਹੀਂ ਵੇਖ ਪਾ ਰਿਹਾ, ਨਾ ਹੈ, ਨਾ ਨੰਬਰ ਹੈ, ਤੇ ਨਾ ਕੋਈ ਮੂਰਤ ਸਾਹਮਣੇ ਆਈ ਹੈ। ਓਕੇ ਮੈਂ ਹੀ ਆ ਜੀ, ਮੈਂ ਹੀ ਆ। ਸੰਦੀਪ ਹੈ ਜੀ, ਸੰਦੀਪ ਆ, ਮੈਂ ਹੀ ਆ। ਸੌਰੀ ਸੰਦੀਪ, ਹੁਣ ਤੁਹਾਨੂੰ ਦੇਖ ਸਕਦੇ ਹਾਂ। ਥੈਂਕ ਯੂ ਤੁਹਾਡਾ। ਹੁਣ ਅਸੀਂ ਸ਼ਾਮਲ ਕਰਾਂਗੇ ਸਤਵੰਤ ਜੀ ਨੂੰ। ਸਤਵੰਤ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਥੋੜਾ ਜਿਹਾ ਆਪਣੇ ਬਾਰੇ ਇੰਟਰੋਡਕਸ਼ਨ ਦੱਸ ਕੇ, ਕੀ ਸੁਨੇਹਾ ਤੁਹਾਡਾ? ਮੈਂ ਇਨਕਲਾਬੀ ਲੋਕ ਮੋਰਚੇ ਦਾ ਜਨਰਲ ਸਕੱਤਰ ਹਾਂ। ਕੱਲ ਹੀ ਮੈਂ ਦੇਖਿਆ ਤੁਹਾਡੀ ਮੀਟਿੰਗ ਬਾਰੇ, ਕਸ਼ਮੀਰ ਦਾ ਜਿਹੜਾ ਮਸਲਾ ਪਿਛਲੇ ਅਗਸਤ ਦੇ ਵਿੱਚੋਂ ਬਹੁਤ ਹੀ ਮਤਲਬ ਸਾਹਮਣੇ ਆਇਆ ਸੀ। ਤਸ਼ੱਦਦ ਦੇ ਤੌਰ ਤੇ ਹਿੰਦੁਸਤਾਨੀ ਸਰਕਾਰ ਦਾ ਜ਼ਬਰ, ਪਰ ਉਸ ਤੋਂ ਬਾਅਦ ਐਡੀਆਂ ਵੱਡੀਆਂ ਘਟਨਾਵਾਂ ਆਉਂਦੀਆਂ ਗਈਆਂ, ਇਹ ਮਸਲਾ ਕਿਤੇ ਪਿੱਛੇ ਚੱਲਦਾ ਆ ਗਿਆ। ਇਸ ਮਸਲੇ ਨੂੰ ਦੁਬਾਰੇ ਲਿਆਉਣ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਤੁਹਾਡੇ ਕਿਸੇ ਵੀ ਇਨੀਸ਼ੀਏਟਿਵ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਇਹ ਗੱਲ ਆ ਲੈ ਕੇ ਜਾਣ ਵਾਸਤੇ ਤੁਹਾਡੇ ਨਾਲ ਰਹਾਂਗੇ। ਧੰਨਵਾਦ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬੂਟਾ ਸਿੰਘ ਜੀ ਸਾਡੇ ਨਾਲ ਨੇ, ਲੋਕ ਕਾਫਲਾ ਪਰਚੇ ਦੇ ਸੰਪਾਦਕ ਨੇ।
ਜਮਹੂਰੀ ਅਧਿਕਾਰ ਸਭਾ ਨਾਲ ਵੀ ਜੁੜੇ ਹੋਏ ਨੇ। ਇਸ ਤੋਂ ਇਲਾਵਾ ਜਿਹੜਾ ਬਾਬਾ ਬੂਝਾ ਸਿੰਘ ਫਾਊਂਡੇਸ਼ਨ ਨਾਲ ਜੁੜੇ ਹੋਏ ਨੇ। ਔਰ ਜਲੀਲ ਰਠੌਰ ਨਾਂ ਦੇ ਪੱਤਰਕਾਰ ਨੂੰ ਪਿੱਛੇ ਜੇ ਸ਼ਿਵਿੰਦਰ ਨੇ ਸਨਮਾਨਿਤ ਕੀਤਾ ਸੀ ਆਪਣੇ ਮੰਚ ਤੋਂ, ਉੱਥੇ ਇਹਨਾਂ ਨੂੰ ਜਾਣ ਦਾ ਮੌਕਾ ਮਿਲਿਆ। ਜਲੀਲ ਰਠੌਰ ਸਾਹਿਬ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ, ਉਹ ਸ਼ਾਮਲ ਨਹੀਂ ਹੋ ਸਕੇ ਕਿਸੇ ਵਜ੍ਹਾ ਕਰਕੇ। ਪਰ ਬੂਟਾ ਸਿੰਘ, ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਦੇ ਹਾਲਾਤ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਨੂੰ, ਪ੍ਰੈਸ ਦੀ ਆਜ਼ਾਦੀ ਉੱਪਰ ਹਮਲੇ ਨੂੰ, ਖਾਸ ਕਰਕੇ ਭਾਰਤ ਦੇ ਅੰਦਰ ਜਿਹੜਾ RSS BJP ਦਾ ਫਾਸ਼ੀਵਾਦੀ ਰਾਜ ਹੈ, ਇਹਦੇ ਅੰਦਰ ਜੋ ਬਹੁਤ ਹੀ ਘਿਨਾਉਣੇ ਪੱਧਰ ਦੇ ਉੱਤੇ ਜਾ ਕੇ, ਐਕਸਟ੍ਰੀਮ ਹੱਦ ਤੱਕ ਜਾ ਕੇ ਜਿਹੜੇ ਪ੍ਰੈਸ ਦੀ ਆਜ਼ਾਦੀ ਉੱਤੇ ਹਮਲੇ ਸ਼ੁਰੂ ਕੀਤੇ ਗਏ ਆ, ਉਹਦਾ ਤੁਸੀਂ ਮੁੱਦਾ ਉਠਾਇਆ, ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ। ਤੇ ਦੂਸਰਾ, ਮੈਂ ਆਪਣੇ ਵੱਲੋਂ ਕਸ਼ਮੀਰੀ ਜਿੰਨੇ ਵੀ ਐਕਟਿਵਿਸਟ ਇਸ ਸਮੇਂ ਲੜ ਰਹੇ ਨੇ, ਕਸ਼ਮੀਰੀ ਪੱਤਰਕਾਰ ਜਿਹੜੇ ਟਾਰਗੇਟ ਕੀਤੇ ਜਾ ਰਹੇ ਆ, ਉਹਨਾਂ ਦੇ ਨਾਲ ਮੈਂ ਇੱਕ ਮੁੱਠਤਾ ਪ੍ਰਗਟ ਕਰਦਾ। ਇਹ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ ਕਿ ਜਿਹਨੂੰ ਅੱਜ ਸਾਰੇ ਜਿੰਨੇ ਵੀ ਇਨਸਾਨ ਪਸੰਦ ਲੋਕ ਨੇ ਦੁਨੀਆ ਦੇ ਵਿੱਚ ਕਿਤੇ ਵੀ ਬੈਠੇ ਆ, ਉਹਨਾਂ ਨੂੰ ਇਹਨੂੰ ਪੂਰੇ ਜ਼ੋਰ ਦੇ ਨਾਲ ਉਠਾਉਣ ਦੀ ਲੋੜ ਹੈ। ਇਹਨਾਂ ਤਿੰਨਾਂ ਪੱਤਰਕਾਰਾਂ ਦੇ ਉੱਤੇ ਵੀ ਜਿਵੇਂ ਆਪਾਂ ਦੇਖਦੇ ਹਾਂ ਕਿ ਬੜਾ ਸਪਸ਼ਟ ਰੂਪ ਵਿੱਚ ਜਿਹੜੀਆਂ FIR ਕਹਿੰਦੀਆਂ ਨੇ ਕਿ ਇਹ ਐਂਟੀ ਨੈਸ਼ਨਲ ਨੇ। ਐਂਟੀ ਨੈਸ਼ਨਲ ਦਾ ਜਿਹੜਾ ਉਹਨਾਂ ਦੇ ਉੱਤੇ ਟੈਗ ਲਗਾਇਆ ਗਿਆ, ਜੇ FIR ਦੇ ਵਿੱਚ ਆਪਾਂ ਉਹਦੀ ਹਕੀਕਤ ਨੂੰ ਜਾ ਕੇ ਦੇਖੀਏ ਤਾਂ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹਨੂੰ ਕਿਸੇ ਵੀ ਪੱਧਰ ਤੇ ਦੁਨੀਆ ਦੇ ਕਿਸੇ ਕਾਨੂੰਨ ਦੇ ਮੁਤਾਬਕ ਵੀ ਐਂਟੀ ਨੈਸ਼ਨਲ ਦੇ ਖਾਤੇ ਵਿੱਚ ਪਾਇਆ ਜਾ ਸਕੇ। ਸਿਰਫ ਆਪਣੇ ਵਿਚਾਰ ਪ੍ਰਗਟਾਉਣ ਵਾਸਤੇ ਹੀ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ। ਤੇ ਮਿਸਾਲ ਦੇ ਤੌਰ ਤੇ ਮਸਰਤ ਜ਼ਹਰਾ ਦੀਆਂ ਜਿਹੜੀਆਂ ਪੋਸਟਾਂ ਨੇ, ਉਹ ਸਿਰਫ ਸੋਸ਼ਲ ਮੀਡੀਆ ਪੋਸਟਾਂ ਨੂੰ ਆਧਾਰ ਬਣਾਇਆ ਗਿਆ ਕਿ ਇਹਦੇ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਸਟਾਂ ਪਾਈਆਂ ਜਾ ਰਹੀਆਂ ਜਿਹੜੀਆਂ ਕਿ ਐਂਟੀ ਨੈਸ਼ਨਲ ਹੈ, ਤੇ ਇਹ ਲੋਕਾਂ ਦੇ ਵਿੱਚ ਇੱਕ ਜਿਹੜਾ ਸਰਕਾਰ ਦੇ ਪ੍ਰਤੀ ਜਿਹੜਾ ਇੱਕ ਮਾਹੌਲ ਹੈ ਉਹਨੂੰ ਖਰਾਬ ਕਰ ਸਕਦੀਆਂ ਨੇ। ਪਰ ਉਹਨਾਂ ਪੋਸਟਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਮੈਂ ਕੱਲ ਬੜੀ ਡਿਟੇਲ ਦੇ ਵਿੱਚ ਉਹ ਸਾਰੀ ਰਿਪੋਰਟ ਪੜ੍ਹੀ ਹੈ, ਤੇ ਉਹਦੇ ਵਿੱਚ ਉਹ ਪੋਸਟਾਂ ਕਿਉਂਕਿ ਜਿਹੜੀ ਇਹ ਮਤਲਬ ਫੋਟੋ ਜਰਨਲਿਸਟ ਹੈ, ਉਹਨੇ ਬੜੇ ਮਹੱਤਵਪੂਰਨ ਤਰੀਕੇ ਦੇ ਨਾਲ ਉੱਥੋਂ ਦੀ ਜਿਹੜੀ ਔਰਤਾਂ ਦੇ ਉੱਤੇ ਹਿੰਸਾ ਆ, ਖਾਸ ਕਰਕੇ ਜਿਹੜੀ ਬੱਚਿਆਂ ਦੇ ਉੱਤੇ ਹਿੰਸਾ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ ਤੋਂ ਜਿਹੜੇ ਪ੍ਰਭਾਵਿਤ ਬੱਚੇ ਨੇ, ਔਰਤਾਂ ਨੇ, ਉਹਨਾਂ ਦੇ ਮੁੱਦੇ ਨੂੰ ਉਠਾਇਆ ਸੀ। ਤੇ ਉਹਦੇ ਨਾਲ ਹੀ ਸੰਬੰਧਿਤ ਪੋਸਟਾਂ ਨੇ, ਤੇ ਉਹ ਸਾਰੀਆਂ ਤਸਵੀਰਾਂ ਜਿਹੜੀਆਂ ਉਹਨਾਂ ਨੇ ਅਪਲੋਡ ਕੀਤੀਆਂ ਸੀ, ਉਹ ਦਾ ਵਾਸ਼ਿੰਗਟਨ ਪੋਸਟ ਦੇ ਵਿੱਚ, ਉਹ ਭਾਰਤ ਦੇ ਬਹੁਤ ਸਾਰੇ ਮੈਗਜ਼ੀਨਾਂ ਦੇ ਵਿੱਚ, ਕੈਰਵਾ ਮੈਗਜ਼ੀਨ ਦੇ ਵਿੱਚ, ਤੇ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਉਹ ਜਿਹੜੀਆਂ ਪੋਸਟ ਕੀਤੀਆਂ ਹੋਈਆਂ ਸੀ। ਤੇ ਇਹਦੇ ਨਾਲ ਹੀ ਅਸਲ ਦੇ ਵਿੱਚ ਉਹ ਜਿਹੜੀਆਂ ਉਹਨਾਂ ਦੇ ਉੱਤੇ ਨਿਊਯਾਰਕ ਦੇ ਵਿੱਚ ਤੇ ਦਿੱਲੀ ਦੇ ਵਿੱਚ ਉਹਦੇ ਉੱਤੇ ਐਗਜ਼ੀਬਿਸ਼ਨ ਵੀ ਲੱਗ ਚੁੱਕੀਆਂ ਨੇ, ਜਦੋਂ ਕਿ ਉਹ ਪਹਿਲਾਂ ਹੀ ਐਕਸੈਪਟਡ ਮਤਲਬ ਤਸਵੀਰਾਂ ਨੇ ਜਿਹਨੂੰ ਪੂਰੀ ਦੁਨੀਆ ਨੇ ਪ੍ਰੇਜ਼ ਕੀਤਾ। ਤੇ ਉਹਨਾਂ ਨੂੰ ਆਧਾਰ ਬਣਾ ਕੇ ਜੇ ਹੁਣ ਉਹਦੇ ਖਿਲਾਫ ਜਿਹੜਾ ਐਂਟੀ ਨੈਸ਼ਨਲ ਹੋਣ ਦਾ ਪਰਚਾ ਦਰਜ ਕੀਤਾ ਜਾਂਦਾ, ਤੇ ਉਹਦੇ ਉੱਤੇ ਸਭ ਤੋਂ ਜਿਹੜੀ ਖਤਰਨਾਕ ਗੱਲ ਇਹ ਹੈ ਕਿ ਇਹੋ ਜਿਹਾ ਕਾਨੂੰਨ ਲਗਾਇਆ ਜਾਂਦਾ, ਅਨਲੌਫੁਲ ਪ੍ਰੀਵੈਂਸ਼ਨ ਐਕਟੀਵਿਟੀ ਐਕਟ, ਜਿਹਦੇ ਤਹਿਤ 7 ਸਾਲ ਦੀ ਕਿਸੇ ਵੀ ਬੰਦੇ ਨੂੰ ਸਿੱਧੀ ਸਜ਼ਾ ਦਿੱਤੀ ਜਾ ਸਕਦੀ ਹੈ, ਤੇ 6 ਮਹੀਨੇ ਵਾਸਤੇ ਬਿਨਾਂ ਕਿਸੇ ਸਬੂਤ ਤੋਂ ਉਹਨੂੰ ਜਿਹੜਾ ਕਸਟਡੀ ਦੇ ਵਿੱਚ ਪੁੱਛਗਿੱਛ ਲਈ ਰੱਖਿਆ ਜਾ ਸਕਦਾ। ਤੇ ਉਹਨੂੰ ਜਲੀਲ ਕਰਨਾ, ਉਹਨੂੰ ਪਰੇਸ਼ਾਨ ਕਰਨਾ, ਉਹ ਤਾਂ ਵੱਖਰੀਆਂ ਗੱਲਾਂ ਨੇ। ਸੋ ਮੈਂ ਸਮਝਦਾ ਕਿ ਅਸਲ ਦੇ ਵਿੱਚ ਇਹ ਚਾਹੇ ਮਤਲਬ ਤਿੰਨਾਂ ਹੀ ਪੱਤਰਕਾਰਾਂ ਦੀ ਆਪਾਂ ਜੇ ਉਹਨਾਂ ਨੂੰ ਦੇਖੀਏ, ਕਹਾਣੀਆਂ ਨੂੰ ਦੇਖੀਏ, ਤਾਂ ਉਹਦੇ ਵਿੱਚ ਕੁਝ ਵੀ ਐਸਾ ਨਹੀਂ ਹੈ। ਇਹਦੇ ਪਿੱਛੇ ਸਾਫ਼-ਸਾਫ਼ ਨਿਸ਼ਾਨਾ ਸਾਨੂੰ ਮੈਸੇਜ ਹੈ ਜਿਹੜਾ ਉਹ ਸਮਝ ਲੈਣਾ ਚਾਹੀਦਾ। ਜਿਵੇਂ ਪਹਿਲਾਂ ਵੀ ਦੋਸਤ ਨੇ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਇਹ ਸਵਾਲ ਹੈ ਜਿਹੜਾ ਅਸਲ ਦੇ ਵਿੱਚ ਸਿਲੈਕਟਿਵ ਰੂਪ ਵਿੱਚ ਦੇਖਣ ਦੀ ਬਜਾਏ ਇੱਕ ਬਰੋਡ ਰੂਪ ਵਿੱਚ ਦੇਖਣ ਦਾ ਸਵਾਲ ਹੈ। ਤੇ ਕਿਸੇ ਵੀ ਹਿੱਸੇ ਦੇ ਜਥੇਬੰਦੀਆਂ ਦੇ ਜਿਹੜੇ ਲੋਕ ਸਿਲੈਕਟਿਵ ਰੂਪ ਵਿੱਚ ਚੱਲਦੇ ਆ ਰਹੇ ਆ ਕਿ ਜੇ ਪੰਜਾਬ ਦੇ ਪੱਤਰਕਾਰਾਂ ਦੇ ਉੱਤੇ ਸਿੱਖ ਮਸਲੇ ਨੂੰ ਉਠਾਉਣ ਕਰਕੇ ਧੱਕਾ ਹੁੰਦਾ, ਉਹਦੇ ਖਿਲਾਫ ਨਹੀਂ ਬੋਲਿਆ ਜਾਂਦਾ, ਪਰ ਛੱਤੀਸਗੜ੍ਹ ਦੇ ਵਿੱਚ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹਦੇ ਖਿਲਾਫ ਆਵਾਜ਼ ਉਠਾਈ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਮਤਲਬ ਛੱਤੀਸਗੜ੍ਹ ਜਾਂ ਦੂਸਰੇ ਮੁੱਦਿਆਂ ਨੂੰ ਉਠਾਉਣ ਵਾਲੇ ਆ, ਉਹ ਪੰਜਾਬ ਦੇ ਸਿੱਖ ਪੱਤਰਕਾਰਾਂ ਦੀ ਆਵਾਜ਼ ਨਹੀਂ ਉਠਾਉਣਗੇ। ਤੇ ਇਸੇ ਤਰ੍ਹਾਂ ਇੱਕ ਬਹੁਤ ਵੱਡਾ ਸੈਕਸ਼ਨ ਹੈ ਜਿਹੜਾ ਜਨਰਲੀ ਪੱਤਰਕਾਰਾਂ ਦੀ ਗੱਲ ਤਾਂ ਕਰਦਾ, ਪਰ ਉਹਨੂੰ ਕਸ਼ਮੀਰੀਆਂ ਦੇ ਉੱਤੇ ਹੋ ਰਿਹਾ ਜ਼ਬਰ ਹੈ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਉੱਥੇ ਜੋ ਪਿਛਲੇ ਲੰਬੇ 70 ਸਾਲ ਤੋਂ ਲੈ ਕੇ ਜਿਹੜਾ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਨੂੰ ਦਵਾਇਆ ਜਾ ਰਿਹਾ, ਉਹਨਾਂ ਦੀ ਜਿਹੜੀ ਸਵੈ ਨਿਰਣੇ ਦੇ ਹੱਕ ਨੂੰ ਖੋ ਕੇ ਉੱਥੇ ਜਿੰਨਾ ਜ਼ਬਰ ਹੈ ਜਿਹੜਾ ਇੰਡੀਅਨ ਸਟੇਟ ਵੱਲੋਂ ਕੀਤਾ ਜਾ ਰਿਹਾ, ਤੇ ਉਹਦੇ ਖਿਲਾਫ ਲੜਨ ਵਾਲੇ ਲੋਕ ਉਹਨਾਂ ਨੂੰ ਮਸਲਾ ਨਹੀਂ ਲੱਗਦੇ। ਸੋ ਮੈਂ ਸਮਝਦਾ ਕਿ ਅਸਲ ਦੇ ਵਿੱਚ ਇਹ ਤਿੰਨੋਂ ਹੀ ਪੱਤਰਕਾਰ ਨੇ, ਕਿਉਂਕਿ ਜਿਹੜਾ ਇਹ ਜ਼ਮੀਨੀ ਹਕੀਕਤ ਨੂੰ ਬਿਆਨ ਕਰਦੇ ਆ। ਤੇ ਇੰਡੀਅਨ ਸਟੇਟ ਨਹੀਂ ਚਾਹੁੰਦਾ ਕਿ ਕਸ਼ਮੀਰ ਦੇ ਵਿੱਚ ਜਿਹੜਾ ਅਗਸਤ ਤੋਂ ਲੈ ਕੇ ਲੋਕਡਾਊਨ ਲਾਗੂ ਹੋਇਆ ਉਸ ਤੋਂ ਬਾਅਦ ਉੱਥੋਂ ਦੇ ਲੋਕ ਕੀ ਸਥਿਤੀ ਦਾ ਸਾਹਮਣਾ ਕਰ ਰਹੇ ਆ, ਉੱਥੋਂ ਦੀ ਹਕੀਕਤ ਹੈ ਜਿਹੜੀ ਉਹ ਸਾਹਮਣੇ ਨਾ ਆਵੇ। ਇਸ ਲਈ ਅਸੀਂ ਦੇਖਦੇ ਹਾਂ ਕਿ ਮਤਲਬ ਜਦੋਂ ਇੱਕ ਪੱਤਰਕਾਰ ਦੇ ਉੱਤੇ ਪੀਰਜ਼ਾਦਾ ਆਸ਼ਿਕ ਦੇ ਉੱਤੇ ਜੋ ਹਿੰਦੂ ਨੂੰ ਰਿਪੋਰਟ ਕਰਦੇ ਨੇ, ਉਹਨਾਂ ਦੀ ਰਿਪੋਰਟ ਦੇ ਵਿੱਚ ਜਿਸ ਗੱਲ ਨੂੰ ਆਧਾਰ ਬਣਾਇਆ ਗਿਆ, ਬੜਾ ਇੱਕ ਸਿੰਪਲ ਜਿਹਾ ਮਾਮਲਾ ਹੈ
ਕਿ ਇੱਕ ਪੱਤਰਕਾਰ ਨੂੰ ਕਿਸੇ ਤੱਥ ਦੇ ਬਾਰੇ ਕੋਈ ਭੁਲੇਖਾ ਲੱਗ ਸਕਦਾ ਤੇ ਉਹਨੂੰ ਕਰੈਕਟ ਕੀਤਾ ਜਾ ਸਕਦਾ। ਪਰ ਇੰਡੀਅਨ ਸਟੇਟ ਨੇ ਉਹਦੇ ਵਿੱਚ ਕੀ ਕੀਤਾ ਕਿ ਉਹਨੂੰ ਇੱਕ ਮੁੱਦਾ ਬਣਾ ਕੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜੋ ਕਿਹਾ ਜਾ ਰਿਹਾ ਉਹ ਬੜਾ ਸਾਡੇ ਲਈ ਮਹੱਤਵਪੂਰਨ ਹੈ, ਇੱਕ ਮੈਸੇਜ ਹੈ ਪੂਰੇ ਪੱਤਰਕਾਰ ਭਾਈਚਾਰੇ ਲਈ ਵੀ, ਹਿਊਮਨ ਰਾਈਟਸ ਦੀ ਗੱਲ ਕਰਨ ਵਾਲਿਆਂ ਲਈ। ਉਹਦੇ ਵਿੱਚ ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਤੱਥਾਂ ਮਤਲਬ ਕੋਈ ਵੀ ਰਿਪੋਰਟ ਛਾਪਣ ਤੋਂ ਪਹਿਲਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਤੱਥ ਜਿਹੜੇ ਸਬਸਟੈਂਸ਼ੀਏਟ ਕਰਵਾਉਣੇ ਚਾਹੀਦੇ ਸੀ, ਉਹਨਾਂ ਨੂੰ ਉੱਥੇ ਅਸਲ ਦੇ ਵਿੱਚ ਉਹਨਾਂ ਨੂੰ ਮਤਲਬ ਉੱਥੋਂ ਬਿਨਾਂ ਅਥੈਂਟੀਕੇਟ ਕਰਵਾਏ ਤੋਂ ਅਗਰ ਪੱਤਰਕਾਰ ਛਾਪਦਾ ਤੇ ਉਹਨੂੰ ਨਹੀਂ ਮੰਨਿਆ ਜਾਏਗਾ। ਇਹਦਾ ਮਤਲਬ ਇਹ ਐਂਟੀ ਨੈਸ਼ਨਲ ਹੋਏਗਾ। ਇਹਦਾ ਮਤਲਬ ਇਹ ਹੈ ਕਿ ਜੋ ਨੈਰੇਟਿਵ ਸਰਕਾਰ ਬਣਾਉਣਾ ਚਾਹੁੰਦੀ ਹੈ ਉਸੇ ਨੂੰ ਅਗਰ ਪੱਤਰਕਾਰ ਆਪਣੀ ਆਜ਼ਾਦੀ ਦੇ ਉੱਤੇ ਸਵੈ ਸੈਂਸਰਸ਼ਿਪ ਲਾ ਕੇ ਅਗਰ ਉਹਨੂੰ ਉਹ ਕਰਦੇ ਨੇ ਫਿਰ ਤਾਂ ਉਹ ਰਾਸ਼ਟਰ ਦੇ ਹੱਕ ਵਿੱਚ ਹੈ, ਰਾਸ਼ਟਰ ਦੇ ਹੱਕ ਵਿੱਚ ਮੰਨਿਆ ਜਾਏਗਾ। ਅਗਰ ਉਹ ਪ੍ਰੈਸ ਦੀ ਆਜ਼ਾਦੀ ਦੇ ਅਨੁਸਾਰ ਆਪਣੀ ਡਿਊਟੀ ਨਿਭਾਉਂਦੇ ਹੋਏ ਕੰਮ ਕਰਦੇ ਨੇ, ਜਿਵੇਂ ਇਹਨਾਂ ਤਿੰਨਾਂ ਪੱਤਰਕਾਰਾਂ ਨੇ ਕੀਤਾ ਜਾਂ ਹੋਰ ਦੇਸ਼ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਪੱਤਰਕਾਰ ਕਰ ਰਹੇ ਨੇ, ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਖਾਸ ਕਰਕੇ ਇੰਡੀਅਨ ਸਟੇਟ ਦੀਆਂ ਨਜ਼ਰਾਂ ਦੇ ਵਿੱਚ ਐਂਟੀ ਨੈਸ਼ਨਲ ਹੈ। ਤੇ ਇਹ ਡਬਲ ਸਟੈਂਡਰਡ ਹੈ ਜਿਹੜੇ ਹਰ ਜਗ੍ਹਾ ਦੇ ਉੱਤੇ ਸਾਹਮਣੇ ਆ ਰਹੇ ਨੇ। ਇਹ ਅਸੀਂ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਵਿੱਚ ਵੀ ਦੇਖ ਸਕਦੇ ਹਾਂ। ਰੀਸੈਂਟਲੀ ਜਿਵੇਂ ਅਰਨਬ ਗੋਸਵਾਮੀ ਦੇ ਕੇਸ ਦੇ ਵਿੱਚ ਉਹਦਾ ਕੇਸ ਹੈ ਜਿਹੜਾ ਅਗਲੇ ਦਿਨ ਹੀ ਟੇਕ ਅਪ ਕਰ ਲਿਆ ਗਿਆ ਤੇ ਉਹਨੂੰ 3 ਮਹੀਨੇ ਦੀ ਜਿਹੜੀ ਤੁਰੰਤ ਹੈ ਜਿਹੜੀ ਗ੍ਰਿਫਤਾਰੀ ਤੋਂ ਰਾਹਤ ਵੀ ਦੇ ਦਿੱਤੀ ਗਈ ਹੈ। ਪਰ ਇਹਦੇ ਮੁਕਾਬਲੇ ਉੱਤੇ ਜੇ ਅਸੀਂ ਮਤਲਬ ਕਸ਼ਮੀਰੀ ਪੱਤਰਕਾਰਾਂ ਦੀ ਗੱਲ ਕਰਦੇ ਹਾਂ ਤੇ ਕਸ਼ਮੀਰੀ ਪੱਤਰਕਾਰਾਂ ਨੂੰ ਰਾਹਤ ਦੇਣ ਤੋਂ ਉਹਨਾਂ ਦਾ ਕੇਸ ਸੁਣਨ ਤੋਂ ਵੀ ਜਿਹੜਾ ਇਨਕਾਰ ਕਰ ਦਿੱਤਾ ਗਿਆ। ਇਹ ਮਤਲਬ ਜਿਹੜਾ ਜੁਡੀਸ਼ਰੀ ਦਾ ਰਵੱਈਆ ਵੀ ਹੈ ਇਹ ਪੂਰੇ ਇੰਡੀਅਨ ਸਟੇਟ ਦੇ ਪਾਰਟ ਦੇ ਤੌਰ ਤੇ ਇਹਦਾ ਵੀ ਪੂਰੇ ਦੇਸ਼ ਦੇ ਲੋਕਾਂ ਨੂੰ, ਦੁਨੀਆ ਦੇ ਲੋਕਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਇਹ ਬੜੀ ਕ੍ਰਿਟੀਕਲ ਹਾਲਤ ਹੈ ਤੇ ਇਹਦੇ ਵਿੱਚ ਜਿਹੜੇ ਸਰਕਾਰ ਪੱਖੀ ਪੱਤਰਕਾਰ ਹੈ ਉਹਨਾਂ ਨੂੰ ਹੀ ਪ੍ਰੈਸ ਦੀ ਆਜ਼ਾਦੀ ਦੇਣਾ ਚਾਹੁੰਦੇ ਨੇ। ਇਹਦੇ ਵਿੱਚ ਜਿਹੜਾ ਬ੍ਰੌਡਕਾਸਟਿੰਗ ਐਂਡ ਇਨਫੋਰਮੇਸ਼ਨ ਮਿਨਿਸਟਰ ਹੈ ਇੰਡੀਆ ਦਾ, ਉਹਦਾ ਬਿਆਨ ਵੀ ਬੜਾ ਮਹੱਤਵਪੂਰਨ ਹੈ ਇਸ ਪ੍ਰਸੰਗ ਦੇ ਵਿੱਚ ਸਾਡੇ ਸਮਝਣ ਲਈ। ਉਹ ਵੀ ਕਹਿ ਰਹੇ ਨੇ ਕਿ ਜਿਹੜਾ ਮਤਲਬ ਦੂਸਰੇ ਅਰਨਬ ਦੇ ਖਿਲਾਫ ਜੋ ਕੇਸ ਕੀਤੇ ਜਾ ਰਹੇ ਨੇ ਉਹ ਅਸਲ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ, ਜਦਕਿ ਇਸੇ ਸਮੇਂ ਦੌਰਾਨ ਕਸ਼ਮੀਰੀ ਪੱਤਰਕਾਰਾਂ ਦੇ ਉੱਤੇ ਜੋ ਹੋ ਰਿਹਾ ਉਹਦੇ ਉੱਤੇ ਉਹ ਬਿਲਕੁਲ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਕਿ ਇਹਨੂੰ ਉਹ ਕੀ ਸਮਝਦੇ ਨੇ। ਇਹਦੇ ਤੋਂ ਬੜਾ ਸਪਸ਼ਟ ਹੈ ਕਿ ਅਸਲ ਦੇ ਵਿੱਚ ਇੱਕ ਖਾਸ ਕਿਸਮ ਦੇ ਪੱਤਰਕਾਰੀ ਨੂੰ, ਇੱਕ ਖਾਸ ਕਿਸਮ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ, ਉਹਨੂੰ ਪ੍ਰਮੋਟ ਕਰਨਾ ਸਾਫ਼ ਸਪਸ਼ਟ ਹੈ ਜਿਹੜਾ ਇਸ ਸਟੇਟ ਦਾ ਏਜੰਡਾ ਹੈ। ਇਹਦਾ ਡਟ ਕੇ ਵਿਰੋਧ ਕਰਨ ਦੀ ਲੋੜ ਹੈ ਔਰ ਹਿਊਮਨ ਰਾਈਟਸ, ਡੈਮੋਕ੍ਰੈਟਿਕ ਰਾਈਟਸ ਜਾਂ ਸੈਕੂਲਰ ਵੈਲਿਊ ਦੇ ਪੱਖ ਦੇ ਵਿੱਚ ਬੜਾ ਡਟ ਕੇ ਆਵਾਜ਼ ਉਠਾਉਣ ਦੀ ਲੋੜ ਹੈ। ਇਹੀ ਮੈਨੂੰ ਲੱਗਦਾ ਕਿ ਅੱਜ ਸਾਡੇ ਲਈ ਸਭ ਤੋਂ ਵੱਡਾ ਸਾਡੀ ਡਿਊਟੀ ਬਣਦੀ ਹੈ ਤੇ ਇਹੀ ਅੱਜ ਦੇ ਦਿਨ ਦੇ ਉੱਤੇ ਜਿਹੜਾ ਇਸ ਰੈਲੀ ਦੇ ਰਾਹੀਂ ਪੂਰੇ ਜਿਹੜੇ ਦੁਨੀਆ ਦੇ ਲੋਕਾਂ ਨੂੰ ਜਿੱਥੇ ਵੀ ਬੈਠੇ ਨੇ ਉਹਨਾਂ ਤੱਕ ਇਹ ਮੈਸੇਜ ਜਾਣਾ ਚਾਹੀਦਾ। ਥੈਂਕ ਯੂ। ਬੂਟਾ ਸਿੰਘ, ਧੰਨਵਾਦ ਤੁਹਾਡਾ। ਤੁਸੀਂ ਬਹੁਤ ਵਧੀਆ ਅਹਿਮ ਨੁਕਤੇ ਜਿਹੜੇ ਨੇ ਉਹ ਉਠਾਏ ਨੇ ਅੱਜ ਦੀ ਗੱਲਬਾਤ ਦੇ ਵਿੱਚ, ਜਿਹੜਾ ਖਾਸ ਤੌਰ ਤੇ ਕਿ ਸਰਕਾਰ ਇਹ ਐਕਸਪੈਕਟ ਕਰਦੀ ਕਿ ਤੁਸੀਂ ਪਹਿਲਾਂ ਸਾਡੇ ਤੋਂ ਛਾਣਬੀਣ ਕਰਵਾਓ। ਮੈਂ ਵੀ ਪੱਤਰਕਾਰੀ ਉੱਥੇ ਕੀਤੀ ਇੰਡੀਆ 'ਚ, ਛਾਣਬੀਣ ਕਰਵਾਉਣ ਦੀ ਕਈ ਵਾਰੀ ਗੁੰਜਾਇਸ਼ ਨਹੀਂ ਸੀ ਹੁੰਦੀ, ਪ੍ਰਸ਼ਾਸਕ ਨਹੀਂ ਸੀ ਮਤਲਬ ਦੇਰ ਤੱਕ ਸਾਨੂੰ ਲਿਖਣਾ ਪੈਂਦਾ ਸੀ ਇੱਕ ਲਾਈਨ ਦੇ ਵਿੱਚ ਕਿ ਲਾਸਟ ਮੋਮੈਂਟ ਤੱਕ ਸੰਪਰਕ ਕਰਦਿਆਂ ਵੀ ਨਹੀਂ ਸੰਪਰਕ ਹੋ ਸਕਿਆ। ਤੇ ਇਹ ਆਪਣੇ ਆਪ 'ਚ ਕੋਈ ਐਂਟੀ ਨੈਸ਼ਨਲ ਜਾਂ ਸੈਡੀਸ਼ੀਅਸ ਕਾਰਵਾਈ ਨਹੀਂ ਹੈ। ਸੋ ਦੇਖਿਆ ਜਾਵੇ ਤਾਂ ਇਸ ਦੇ ਉਲਟ ਜਿਹੜੇ ਹਿੰਦੂਤਵੀ ਜਿਹੜੇ ਗਰੁੱਪ ਨਾਲ ਜੁੜੇ ਲੋਕ ਨੇ ਉਹ ਕਿਸ ਤਰੀਕੇ ਨਾਲ ਫੇਸਬੁੱਕਾਂ ਤੇ ਜਾ ਕੇ ਜ਼ਹਿਰ ਉਗਲ ਰਹੇ ਨੇ, ਉਹਨਾਂ ਦੇ ਖਿਲਾਫ UAPA ਨਾਂ ਦੀ ਕੋਈ ਕਿਸੇ ਕਿਸਮ ਦਾ ਕਾਨੂੰਨ ਨਹੀਂ ਲਾਇਆ ਜਾ ਰਿਹਾ। ਸੋ ਇਹ ਪੱਖਪਾਤ ਦਾ ਤੁਸੀਂ ਬੜੇ ਵਧੀਆ ਨੁਕਤੇ ਲਏ ਨੇ ਗੱਲਬਾਤ ਦੇ ਵਿੱਚ। ਮੈਂ ਬੇਨਤੀ ਕਰੂੰਗਾ ਹੁਣ ਨਵਜੋਤ ਢਿੱਲੋਂ ਜੀ ਨੂੰ, ਜਿਹੜੇ ਪ੍ਰਧਾਨ ਨੇ BC ਪੰਜਾਬੀ ਪ੍ਰੈਸ ਕਲੱਬ ਦੇ, ਇਹਨਾਂ ਦਾ ਸ਼ੁਕਰੀਆ ਕਿ ਸ਼ਾਮਲ ਵੀ ਹੋਏ ਨੇ ਔਰ ਉਹਨਾਂ ਨੇ ਬਹੁਤ ਬੇਬਾਕੀ ਨਾਲ ਆਰਫਾ ਖਾਨਮ ਸ਼ੇਰਵਾਨੀ ਦਾ ਹੋਰ ਸਾਰਿਆਂ ਦਾ ਮਸਲਾ ਉਠਾਇਆ। ਸੋ ਮੈਂ ਇਹਨਾਂ ਭਰੋਸਾ ਦੇ ਸਕਦਾ ਕਿ ਸਾਡੀ ਜਥੇਬੰਦੀ ਹੋਏ ਜਾਂ BC ਦਾ ਪੰਜਾਬੀ ਪ੍ਰੈਸ ਕਲੱਬ ਹੋਵੇ, ਅਸੀਂ ਡਟ ਕੇ ਲਗਾਤਾਰ ਨਾਲ ਹਰ ਜ਼ਿਆਦਤੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਚਾਹੇ ਭੁਪਿੰਦਰ ਸਿੰਘ ਸੱਜਣ ਨਾਂ ਦੇ ਸਿੱਖ ਪੱਤਰਕਾਰ ਦਾ ਮਸਲਾ ਹੋਵੇ, ਚਾਹੇ ਸਿਧਾਰਥ ਵਰਰਾਜਨ ਦਾ ਮਸਲਾ ਹੋਵੇ, ਚਾਹੇ ਕਸ਼ਮੀਰੀ ਪੱਤਰਕਾਰਾਂ ਦਾ ਮਸਲਾ ਹੋਵੇ, ਇੱਥੇ ਪੱਖਪਾਤ ਲਈ ਕੋਈ ਥਾਂ ਨਹੀਂ। ਸੋ ਨਵਜੋਤ ਢਿੱਲੋਂ ਜੀ ਦੇ ਵਿਚਾਰ ਸੁਣਦੇ ਜੀ। ਗੁਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ। ਮੇਰੀ ਆਵਾਜ਼ ਆ ਰਹੀ? ਬਿਲਕੁਲ ਆ ਰਹੀ ਜੀ। ਹਾਂਜੀ, ਮੈਂ ਤੁਹਾਨੂੰ ਸਾਰਿਆਂ ਨੂੰ ਸੁਣ ਰਹੀ ਸੀ। ਪਹਿਲਾਂ ਤਾਂ ਮੈਂ ਐਪਰੀਸ਼ੀਏਟ ਕਰਦੀ ਹਾਂ ਸਾਰਿਆਂ ਦੀ ਐਫਰਟ ਲਈ ਕਿ ਅੱਜ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਸ ਇਸ਼ੂ ਬਾਰੇ ਗੱਲ ਕਰ ਰਹੇ ਹਾਂ ਜਿਹੜਾ ਆਪਣੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਜਿੱਥੇ ਵੀ ਪੱਤਰਕਾਰ ਭਾਈਚਾਰੇ ਦੇ ਨਾਲ ਸੰਬੰਧਿਤ ਆਪਣੇ ਜਿੰਨੇ ਸਾਥੀ ਹੁੰਦੇ ਨੇ, ਆਪਾਂ ਜਦੋਂ ਵੀ ਈਵਨ ਪ੍ਰੈਸ ਕਲੱਬ ਦੇ ਵਿੱਚ ਇਕੱਠੇ ਹੁੰਦੇ ਹਾਂ, ਮਕਸਦ ਹੀ ਇਹ ਹੈ ਕਿ ਫ੍ਰੀ ਪ੍ਰੈਸ ਹੋਣੀ ਚਾਹੀਦੀ ਹੈ, ਫ੍ਰੀ ਐਕਸਪ੍ਰੈਸ਼ਨ ਸਾਨੂੰ ਜਿਹੜਾ ਇਹ ਮਿਲਣਾ ਚਾਹੀਦਾ। ਜੇ ਦੇਖਿਆ ਜਾਵੇ ਹੈ ਕੀ ਆ ਪੱਤਰਕਾਰੀ? ਪੱਤਰਕਾਰੀ ਇਹੀ ਹੈ ਕਿ ਜੋ ਜ਼ਮੀਨੀ ਹਕੀਕਤ ਆ, ਮੈਂ ਇਹ ਸਮਝਦੀ ਹਾਂ ਕਿ ਉਹ ਜ਼ਮੀਨੀ ਹਕੀਕਤ ਨੂੰ ਹੂਬਹੂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਉਹਦੇ ਅੱਗੇ ਕੀ ਆ, ਉਹਨਾਂ ਘਟਨਾਵਾਂ ਦੇ ਪਿੱਛੇ ਕੀ ਆ, ਇਹਦਾ ਐਨਾਲਿਸਿਸ ਕਰਨਾ ਵੀ ਬਣਦਾ ਹੈ। ਉਹਦੇ ਤੇ ਆਪਾਂ ਦੇਖਦੇ ਹਾਂ ਕਿ ਐਡੀਟੋਰੀਅਲ ਵੀ ਲਿਖੇ ਜਾਂਦੇ ਨੇ, ਇਸ ਤੋਂ ਇਲਾਵਾ ਹੋਰ ਟਿੱਪਣੀਆਂ ਲਿਖੀਆਂ ਜਾਂਦੀਆਂ।
ਉਹ ਲੋਕ ਜਿਹੜੇ ਸੂਝਵਾਨ ਨੇ, ਜਿਹੜੇ ਇੱਕ ਆਪਾਂ ਪੱਤਰਕਾਰ ਨੂੰ ਇਹ ਸਮਝਦੇ ਹਾਂ ਕਿ ਉਹ ਸੁਸਾਇਟੀ ਦਾ ਇੱਕ ਜ਼ਿਆਦਾ ਅਲਰਟ ਬੰਦਾ ਹੈ, ਹਰ ਚੀਜ਼ ਤੇ ਉਹ ਨਜ਼ਰ ਰੱਖ ਰਿਹਾ। ਹੁਣ ਜਿੱਥੇ ਆਪਾਂ ਇਹਨਾਂ ਤਿੰਨਾਂ ਪੱਤਰਕਾਰਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਖਿਲਾਫ ਇਹ ਜਿਹੜੀ ਧਾਰਾ ਲਾਈ ਗਈ ਹੈ, ਕਮਾਲ ਦੀ ਗੱਲ ਹੈ ਕਿ ਇਹ ਐਡੀ ਸਖਤ ਧਾਰਾ ਇਹਨਾਂ ਤਿੰਨ ਪੱਤਰਕਾਰਾਂ ਦੇ ਖਿਲਾਫ। ਪਹਿਲੀ ਗੱਲ ਹੈ, ਬੜੀ ਅਜੀਬ ਗੱਲ ਲੱਗਦੀ ਹੈ ਕਿ ਇਹ UAPA ਜਿਹਦਾ ਨਾਮ ਦਿੱਤਾ ਜਾ ਰਿਹਾ ਕਿ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਇਹ ਪੱਤਰਕਾਰ ਦੇ ਖਿਲਾਫ ਲੱਗ ਸਕਦਾ। ਮੈਨੂੰ ਗੁਰਪ੍ਰੀਤ ਜੀ ਮੌਕਾ ਮਿਲਿਆ ਇਹਨਾਂ ਪੱਤਰਕਾਰਾਂ ਦੇ ਇੰਟਰਵਿਊ ਸੁਣਨ ਦਾ, ਜਦੋਂ ਇਹਨਾਂ ਦੇ ਉੱਤੇ ਇਹ ਐਕਟ ਲਾਇਆ ਗਿਆ, ਇਹਨਾਂ ਦੇ ਖਿਲਾਫ ਇਹ ਇਲਜ਼ਾਮ ਲੱਗੇ ਆ, ਉਸ ਤੋਂ ਬਾਅਦ ਇਹਨਾਂ ਦੀਆਂ ਕੁਝ ਗੱਲਾਂ ਬਾਤਾਂ ਮੈਂ ਸੁਣੀਆਂ, ਜਿਹਦੇ ਵਿੱਚ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਮਸਰਤ ਜ਼ਹਿਰਾ ਦਾ। ਹੁਣ ਦੇਖੋ ਤੁਸੀਂ, ਇੱਕ ਔਰਤ ਹੈ, ਉਤੋਂ ਘੱਟ ਗਿਣਤੀ ਦੀ ਹੈ, ਤੀਜੀ ਪੱਤਰਕਾਰ ਹੈ। ਇਹ ਗੱਲ ਆਮ ਕਰਕੇ ਸੁਸਾਇਟੀ ਦੇ ਵਿੱਚ, ਖਾਸ ਕਰਕੇ ਇੰਡੀਅਨ ਸੁਸਾਇਟੀ ਜੋ ਇਸ ਮਾਹੌਲ ਦੇ ਵਿੱਚੋਂ ਜਦੋਂ ਅਸੀਂ ਦੇਖ ਰਹੇ ਹਾਂ, ਉਹ ਹਜ਼ਮ ਨਹੀਂ ਹੁੰਦੀ। ਹੁਣ ਹੈ ਕੀ ਆ, ਜਦੋਂ ਮੈਂ ਮਸਰਤ ਜ਼ਹਿਰਾ ਦਾ ਜਿਹੜਾ ਪੱਖ ਸੁਣਿਆ, ਉਹਨੂੰ ਵਿਚਾਰੀ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਜਿਹੜੀ ਬਲਾ ਕੀ ਹੈਗੀ ਆ, UAPA ਇਹ ਹੈ ਕੀ ਚੀਜ਼ ਹੈ। ਉਹਨੇ ਦੱਸਿਆ, ਕਹਿੰਦੇ ਕਿ ਮੇਰੇ ਆਪਣੇ ਇੱਕ ਕੋਲੀਗ ਨੇ ਇਹ ਟਵੀਟ ਕੀਤਾ ਸੀ ਕਿ ਇੱਕ ਕਸ਼ਮੀਰੀ ਫੋਟੋ ਜਰਨਲਿਸਟ ਦੇ ਖਿਲਾਫ ਇਹ ਚਾਰजेस ਲੱਗੇ। ਉਸ ਤੋਂ ਬਾਅਦ ਕਹਿੰਦੀ ਮੈਂ ਗੂਗਲ ਕਰਕੇ ਦੇਖਿਆ ਵੀ ਇਹ ਕੀ ਹੁੰਦਾ, ਔਰ ਬੜੀ ਹੈਰਾਨੀ ਦੀ ਗੱਲ ਹੈ, ਉਹਨੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਕਿ ਵੀ ਮੈਂ ਇੱਕ ਫੋਟੋ ਜਰਨਲਿਸਟ ਹਾਂ। ਦੇਖੋ, ਜਦੋਂ ਆਪਾਂ ਜਰਨਲਿਸਟ, ਇੱਕ ਪੱਤਰਕਾਰ, ਰਾਈਟਰ ਦੀ ਗੱਲ ਕਰਦੇ ਹਾਂ, ਉਹ ਤਾਂ ਆਪਣੇ ਸ਼ਬਦਾਂ ਰਾਹੀਂ ਗੱਲ ਕਰ ਰਿਹਾ ਹੈ, ਬਿਆਨ ਕਰ ਰਿਹਾ ਹੈ। ਇੱਕ ਫੋਟੋ ਜਰਨਲਿਸਟ, ਹੁਣ ਜਾਂ ਤਾਂ ਜਿਹੜੀਆਂ ਫੋਟੋ ਉਹਨੇ ਖਿੱਚੀਆਂ, ਉਹਨਾਂ ਦੀ ਕੋਈ ਕੱਟ ਵੱਢ ਜਾਂ ਜੋੜ ਤੋੜ ਕਰਕੇ ਉਹਨੇ ਉਹਨਾਂ ਨੂੰ ਪੇਸ਼ ਕੀਤਾ ਹੋਵੇ, ਥੋੜਾ ਜਿਹਾ ਆਪਾਂ ਇੰਨਾ ਕੁ ਜ਼ਰੂਰ ਸੋਚ ਸਕਦੇ ਹਾਂ ਕਿ ਇਹ ਫੋਟੋ ਦੇ ਨਾਲ ਕੋਈ ਛੇੜਖਾਨੀ ਤਾਂ ਨਹੀਂ ਹੋਈ। ਫੋਟੋ ਜੋ ਕੁਝ ਹੋਇਆ ਉਹਨੇ ਉਹਦੀਆਂ ਖਿੱਚੀਆਂ, ਉਹ ਪੇਸ਼ ਕਰ ਦਿੱਤੀਆਂ ਗਈਆਂ, ਔਰ ਪਿਛਲੇ 18 ਮਹੀਨਿਆਂ ਤੋਂ ਉਹ ਫੋਟੋ ਪਹਿਲਾਂ ਹੀ ਪਬਲਿਸ਼ ਵੀ ਹੋ ਚੁੱਕੀਆਂ। ਅਚਨਚੇਤ ਉਹਦੇ ਅਗੇਂਸਟ ਇਹ ਸਟੈਪ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਦਾ। ਹੁਣ ਦੂਸਰੀ, ਜਿਹੜਾ ਆਪਾਂ ਗੌਹਰ ਗਿਲਾਨੀ ਦੀ ਗੱਲ ਕਰੀਏ, ਉਹਨਾਂ ਦੀ ਵੀ ਗੱਲ ਮੈਨੂੰ ਸੁਣਨ ਦਾ ਮੌਕਾ ਮਿਲਿਆ। ਬੜੀ ਬੇਬਾਕੀ ਦੇ ਨਾਲ ਉਹਨਾਂ ਨੇ ਇਹ ਗੱਲਾਂ ਖੁਦ ਕਹੀਆਂ। ਉਹ ਕਹਿੰਦੇ ਕਿ ਇਹ ਸ਼ਬਦਾਂ ਤੇ ਸਿੱਧਾ ਵਾਰ ਆ, ਸੋਚ ਤੇ ਵਾਰ ਆ, ਤੇ ਇਹ ਪੱਤਰਕਾਰੀ ਦੇ ਉੱਤੇ ਵਾਰ ਹੈ। ਇਹ ਕਹਿੰਦੇ ਪਹਿਲੀ ਵਾਰੀ ਨਹੀਂ ਹੋਇਆ, ਅਸੀਂ ਤਾਂ ਪਿਛਲੇ 30-35 ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਪਰ ਇਸ ਵੇਲੇ ਸਭ ਤੋਂ ਵੱਧ ਘਿਨਾਉਣਾ ਰੂਪ ਇਸ ਚੀਜ਼ ਦਾ ਸਾਹਮਣੇ ਆ ਰਿਹਾ, ਜਿਹਦੀ ਸਾਨੂੰ ਸਾਰਿਆਂ ਨੂੰ ਨਿੰਦਾ ਕਰਨ ਦੀ ਜ਼ਰੂਰਤ ਹੈਗੀ, ਉਹਨਾਂ ਦੇ ਨਾਲ ਖੜਨ ਦੀ ਲੋੜ ਹੈਗੀ ਆ। ਮੈਂ ਇਸ ਗੱਲ ਤੋਂ ਵੀ ਵਾਰ-ਵਾਰ ਹੈਰਾਨ ਹੁੰਦੀ ਆ ਕਿ ਇੰਡੀਆ ਦਾ ਬਾਕੀ ਮੀਡੀਆ, ਹੁਣ ਜਿਨ੍ਹਾਂ ਨੂੰ ਆਪਾਂ ਸਾਰੇ ਗੋਦੀ ਮੀਡੀਆ ਦਾ ਨਾਮ ਵਾਰ-ਵਾਰ ਦੇ ਰਹੇ ਹਾਂ, ਬਹੁਤ ਕੁਝ ਉਹਨਾਂ ਚੈਨਲਸ ਤੇ ਇਹੋ ਜਿਹਾ ਹੋ ਰਿਹਾ ਜਿਹੜਾ ਨੰਗਾ ਝੂਠ ਆ। ਉਹਦੇ ਨਾਲ ਇਹੋ ਜਿਹੀ ਲੈਂਗੁਏਜ ਦਾ ਇਸਤੇਮਾਲ ਕੀਤਾ ਜਾ ਰਿਹਾ ਜਿਹੜੀ ਵੈਰ ਫੈਲਾਉਂਦੀ ਆ, ਨਫ਼ਰਤ ਫੈਲਾਉਂਦੀ ਆ। ਸ਼ਰੇਆਮ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਹਾਂ, ਇਹ ਜਿਹੜਾ ਮੀਡੀਆ ਇਹ ਨਿਰਪੱਖ ਮੀਡੀਆ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਿਕਾਰ ਉਹਨਾਂ ਨੂੰ ਬਣਾਇਆ ਜਾਂਦਾ ਜਿਹੜੇ ਸਹੀ ਤਸਵੀਰ ਪੇਸ਼ ਕਰਦੇ ਆ। ਕੀ ਇਹੋ ਜਿਹਾ ਕੋਈ ਕਾਨੂੰਨ ਹੈਗਾ ਜਿਹੜੇ ਇੰਨੀ ਘਟੀਆ ਤਰੀਕੇ ਦੇ ਨਾਲ ਖਬਰਾਂ ਨੂੰ ਤੋੜ ਮਰੋੜ ਕੇ, ਜ਼ਹਿਰੀਲੀ ਭਾਸ਼ਾ ਦਾ ਇਸਤੇਮਾਲ ਕਰਕੇ ਇਹ ਲੋਕਾਂ ਦੇ ਵਿੱਚ ਨਫ਼ਰਤ ਫੈਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਰੀਸੈਂਟਲੀ ਆਪਾਂ ਦੇਖਿਆ, ਇਵਨ COVID-19 ਦੇ ਦਿਨਾਂ ਦੇ ਵਿੱਚ ਇੱਕ ਖਾਸ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ, ਕਿਸ ਤਰ੍ਹਾਂ ਦੀਆਂ ਖਬਰਾਂ ਆਈਆਂ ਔਰ ਵੱਡੀਆਂ ਸੁਰਖੀਆਂ ਛਪੀਆਂ ਉਸ ਭਾਈਚਾਰੇ ਦੇ ਨਾਂ ਦੇ ਉੱਤੇ। ਕਿ ਇਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਨਹੀਂ ਸੀ ਉਸ ਵੇਲੇ ਕਿਸੇ? ਇਹ ਕਿਉਂ ਹੁੰਦਾ? ਹਰ ਵਾਰੀ ਇਹ ਕਿਉਂ ਹੁੰਦਾ? ਮੇਰਾ ਇਹੀ ਸਵਾਲ ਹੈ ਕਿ ਜੇ ਕੋਈ ਚੰਗੀ ਪੱਤਰਕਾਰੀ ਕਰ ਰਿਹਾ, ਜੇ ਕੋਈ ਸੱਚ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਜ਼ਮੀਨੀ ਹਕੀਕਤ ਹੈ ਉਹਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਟਾਰਗੇਟ ਬਣਦਾ। ਜਿਹੜਾ ਝੂਠ ਕੂੜ ਦਾ ਪ੍ਰਚਾਰ ਹੋ ਰਿਹਾ, ਜੋ ਕੁਝ ਗਲਤ ਹੋ ਰਿਹਾ, ਜਿਹੜਾ ਮੀਡੀਆ ਜਾਂ ਜਿਹੜੇ ਚੈਨਲਸ ਗਲਤ ਕਰ ਰਹੇ ਨੇ, ਉਹਨਾਂ ਦੇ ਅਗੇਂਸਟ ਇਹ ਸਟੈਪ ਕਿਉਂ ਨਹੀਂ ਉਠਾਏ ਜਾਂਦੇ? ਸਵਾਲ ਇਹ ਵੀ ਬਣਦਾ। ਮੈਂ ਜਾਣਨਾ ਚਾਹੂੰਗੀ ਕਿ ਸ਼ਾਇਦ ਸਾਡੇ ਜਿਹੜੇ ਸੁਣਨ ਵਾਲੇ ਨੇ ਜਾਂ ਆਪਾਂ ਸਾਰੇ ਬੈਠੇ ਆ ਰਲ ਕੇ, ਕਿ ਉਹਨਾਂ ਨੇ ਇਹੋ ਜਿਹੀਆਂ ਐਗਜ਼ਾਮਪਲਸ ਕਿੰਨੀਆਂ ਕੁ ਦੇਖੀਆਂ ਕਿ ਜਿਹੜਾ ਮੀਡੀਆ ਇੰਨਾ ਕੂੜ ਪ੍ਰਚਾਰ ਕਰ ਰਿਹਾ, ਪੂਰਾ ਵਰਲਡ ਗੋਦੀ ਮੀਡੀਆ ਦਾ ਨਾਮ ਦੇ ਰਿਹਾ। ਦੇਖੋ ਉਹਦੇ ਬਾਰੇ ਤਾਂ ਉਹਨਾਂ ਦੇ ਅਗੇਂਸਟ ਕੋਈ ਖਤਰਾ ਨਹੀਂ, ਉਹਨਾਂ ਦੇ ਅਗੇਂਸਟ ਕੋਈ ਇਹੋ ਜਿਹੇ ਕੋਈ ਟਾਰਗੇਟ ਕੀਤਾ ਗਿਆ। ਇੱਕ ਫੋਟੋ ਜਰਨਲਿਸਟ ਜਿਹਨੇ ਜੋ ਫੋਟੋ ਖਿੱਚੀ ਆ ਉਹ ਪੇਸ਼ ਕਰ ਦਿੱਤੀ ਹੈ, ਅਚਨਚੇਤ ਇਹ ਚੀਜ਼ ਉੱਠ ਕੇ ਸਾਹਮਣੇ ਆ ਗਈ। ਉਸ ਤੋਂ ਬਾਅਦ ਗੌਹਰ ਗਿਲਾਨੀ ਵੀ ਇਹ ਗੱਲ ਸ਼ਰੇਆਮ ਕਹਿ ਰਹੇ ਆ, ਕਹਿੰਦੇ ਮੈਂ ਆਪਣੀ ਕਿਤਾਬ 'ਚ ਵੀ ਜ਼ਿਕਰ ਕੀਤਾ, ਇੱਕ ਪੂਰਾ ਚੈਪਟਰ ਲਿਖਿਆ ਇਸ ਚੀਜ਼ ਦੇ ਉੱਤੇ ਕਿ ਪੱਤਰਕਾਰਾਂ ਨੂੰ ਸਟੇਟ ਤੇ ਨਾਨ ਸਟੇਟ ਜਿਹੜੇ ਐਕਟਰਸ ਨੇ ਉਹ ਕਿਸ ਢੰਗ ਦੇ ਨਾਲ ਉਹਨਾਂ ਦੇ ਉੱਤੇ ਵਧੀਕ ਕੀਤੀਆਂ ਜਾਂਦੀਆਂ। ਸਾਨੂੰ ਆਵਾਜ਼ ਉਠਾਉਣ ਦੀ ਲੋੜ ਹੈ,
ਉਮੀਦ ਕਰਦੇ ਹਾਂ ਕਿ ਕਿਤੇ ਨਾ ਕਿਤੇ ਆਵਾਜ਼ ਜ਼ਰੂਰ ਪਹੁੰਚੂਗੀ। ਬਹੁਤ ਸ਼ੁਕਰੀਆ ਨਵਜੋਤ ਜੀ, ਜਿਹੜੀ ਗੱਲਾਂ ਤੁਸੀਂ ਕਹੀਆਂ ਨੇ ਇਸੇ ਨੂੰ ਲੈ ਕੇ ਅਸੀਂ ਸਿਰ ਜੋੜ ਕੇ ਬੈਠੇ ਹਾਂ। ਬੂਟਾ ਸਿੰਘ ਉਹਨਾਂ ਨੇ ਜਾਂ ਲੱਕੀ ਸੋਤਾ ਜੀ ਨੇ ਜਾਂ ਹੋਰ ਸਾਡੇ ਸਾਥੀਆਂ ਨੇ ਇਸ ਗੱਲ ਨੂੰ ਬੜੀ ਵਾਰੀ ਉਠਾਇਆ। ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਜਿਹੜਾ ਗੋਦੀ ਮੀਡੀਆ ਹੈ, ਜਦੋਂ ਉਹ ਸਰਕਾਰ ਦੀ ਬੋਲੀ ਬੋਲ ਰਿਹਾ, ਸਰਕਾਰ ਹੈ ਹੀ ਉੱਦਾਂ ਦੀ ਜਿਹੜੀ ਨਫ਼ਰਤ ਦੀ ਸਿਆਸਤ ਖੇਡਣ ਵਾਲੀ, ਤਾਂ ਉਸ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਕਿ ਉਹਨਾਂ ਨੇ ਇਹੀ ਕੁਝ ਕਰਨਾ। ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਆਵਾਜ਼ ਬੁਲੰਦ ਕਰੀਏ ਔਰ ਜਿਹੜਾ ਹੈ ਇਸ ਦੇ ਉੱਤੇ ਗੱਲਬਾਤ ਜਾਰੀ ਰੱਖੀਏ, ਇਹ ਜ਼ਰੂਰੀ ਸਾਡੇ ਵਾਸਤੇ। ਤੇ ਪਰ ਜਿਹੜਾ ਕਿ ਪੱਖਪਾਤ ਹੈ ਉਹ ਸਾਡੇ ਸਾਹਮਣੇ ਹੈ, ਉਸ ਦੇ ਉੱਤੇ ਅਸੀਂ ਗੱਲਬਾਤ ਪਹਿਲਾਂ ਵੀ ਕਰਦੇ ਰਹੇ ਤੇ ਅਗਾਂਹ ਵੀ ਕਰਦੇ ਰਵਾਂਗੇ। ਹੁਣ ਮੈਂ ਬੇਨਤੀ ਕਰੂੰਗਾ ਆਪਣੇ ਸਾਥੀ ਗੁਰਵਿੰਦਰ ਸਿੰਘ ਧਾਲੀਵਾਲ ਜੀ, ਜਿਹੜੇ ਕਿ ਸਾਬਕਾ ਪ੍ਰਧਾਨ ਨੇ ਪ੍ਰੈਸ ਕਲੱਬ ਦੇ, ਉਹ ਵੀ ਜੁੜ ਗਏ ਨੇ, ਉਹ ਆਪਣੀ ਰਾਏ ਦੇਣ। ਪਰ ਪੁਰਸ਼ੋਤਮ ਦੋਸਾਂਝ ਜੀ, ਤੁਹਾਨੂੰ ਅਸੀਂ ਵੇਖ ਨਹੀਂ ਪਾ ਰਹੇ ਸਕਰੀਨ ਤੇ, ਸੰਦੀਪ ਨੂੰ ਅਸੀਂ ਵੇਖ ਰਹੇ ਹਾਂ। ਮੈਨੂੰ ਦੱਸ ਰਹੇ ਤੁਸੀਂ ਹੈਗੇ? ਹਾਂਜੀ, ਪਤਾ ਨਹੀਂ। ਹਾਂਜੀ ਹਾਂ, ਮਾੜਾ ਜਿਹਾ ਤੁਸੀਂ ਦੇਖਣਾ ਆਪਣੇ ਤੁਹਾਡੇ ਫੋਨ ਥੱਲੇ ਜਿਹੜਾ ਵੀਡੀਓ ਵਾਲਾ ਸਵਿਚ ਹੈ ਉਹਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਿਓ ਤਾਂ ਜੋ ਅਸੀਂ ਤੁਹਾਡੇ ਦਰਸ਼ਨ ਪਾ ਸਕੀਏ। ਗੁਰਵਿੰਦਰ ਸਿੰਘ ਧਾਲੀਵਾਲ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਜੀ, ਬੂਟਾ ਸਿੰਘ ਜੀ ਤੇ ਸਾਰੇ ਹੀ ਜਿੰਨੇ ਆਪਣੇ ਪੱਤਰਕਾਰ ਬਾਕੀ ਜਿਨ੍ਹਾਂ ਚੋਂ ਨਵਜੋਤ ਕੌਰ ਢਿੱਲੋਂ ਜੀ, ਗੁਰਪ੍ਰੀਤ ਸਿੰਘ ਸੋਹਤਾ ਜੀ ਤੇ ਹੋਰ ਜਿਹੜੇ ਇਸ ਵੇਲੇ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਹਾਰਦਿਕ ਧੰਨਵਾਦ ਕਿ ਪੱਤਰਕਾਰਾਂ ਦੀ ਆਜ਼ਾਦੀ ਦੇ ਮੁਤਲਕ ਜਿਵੇਂ ਆਪਾਂ ਮਿਲ ਕੇ ਆਵਾਜ਼ ਉਠਾ ਰਹੇ ਹਾਂ, ਇਹ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ, ਕਿਉਂਕਿ ਇਹ ਪੱਤਰਕਾਰ ਭਾਈਚਾਰਾ ਜਿਹੜਾ ਕਿ ਆਪਣੇ ਬਹੁਤ ਹੀ ਜੋਖਮ ਭਰੇ ਹਾਲਾਤ ਦੇ ਵਿੱਚ ਦੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਆ। ਜੇ ਉਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਹੁੰਦੀਆਂ ਤਾਂ ਫਿਰ ਲੋਕਾਂ ਦੇ ਸਾਹਮਣੇ ਸੱਚ ਕੌਣ ਲਿਆਏਗਾ? ਹੁਣ ਜਿੱਥੋਂ ਤੱਕ ਕਸ਼ਮੀਰ ਦੇ ਨਾਲ ਪੱਤਰਕਾਰਾਂ ਦੀ ਗੱਲ ਹੈ, ਅਸੀਂ ਗਾਹੇ ਬਗਾਹੇ ਹੁਣ ਨਹੀਂ, ਬਹੁਤ ਲੰਮੇ ਸਮੇਂ ਤੋਂ ਇਹ ਆਵਾਜ਼ ਉਠਾਉਂਦੇ ਆ ਰਹੇ ਹਾਂ ਕਿ ਕਿਸੇ ਵੀ ਕਿਸਮ ਦਾ ਜਿਹੜਾ ਇਹੋ ਜਿਹਾ ਧੱਕੇਸ਼ਾਹੀ ਤੇ ਫਾਸ਼ੀਵਾਦ ਹੈ ਉਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਅੱਜ ਕਸ਼ਮੀਰ ਦੀ ਗੱਲ ਹੈ, ਇਸ ਤੋਂ ਪਹਿਲਾਂ ਪੰਜਾਬ ਦੇ ਤੇ ਹੁਣ ਵੀ ਵਿੱਚ ਜਿਨ੍ਹਾਂ ਚ ਭੁਪਿੰਦਰ ਸਿੰਘ ਸੱਜਣ ਹੋਣੀ, ਉਹਨਾਂ ਦਾ ਅਸੀਂ ਪਿਛਲੇ ਦਿਨੀ ਵੀ ਜ਼ਿਕਰ ਕੀਤਾ ਸੀ। ਤੇ ਨਾਲ ਹੀ ਜਿਹੜੀ ਗੱਲ ਸਾਡੇ ਸਾਹਮਣੇ ਇਹ ਵੀ ਆਉਂਦੀ ਹੈ ਕਿ ਭਾਰਤ ਦੇ ਵੱਖ-ਵੱਖ ਹੋਰਨਾਂ ਹਿੱਸਿਆਂ 'ਚ ਉਹ ਐਕਟਿਵਿਸਟ ਲੋਕ ਜਿਨ੍ਹਾਂ 'ਚ ਬੁੱਧੀਜੀਵੀ ਚਿੰਤਕ ਵਰਗ ਹੈ, ਉਹਨਾਂ ਦੇ ਨਾਲ ਵੀ ਇਹ ਜ਼ਿਆਦਤੀ ਹੋ ਰਹੀ ਹੈ। ਸੋ ਮੈਂ ਸਮਝਦਾ ਕਿ ਜਿਹੜੀ ਅੱਜ ਦੀ ਇਹ ਵੀਡੀਓ ਕਾਨਫਰੰਸਿੰਗ ਰਾਹੀਂ ਅਸੀਂ ਗੱਲਬਾਤ ਕਰ ਰਹੇ ਹਾਂ, ਇਹ ਨਾ ਸਿਰਫ ਚਿੰਤਕ ਬੁੱਧੀਜੀਵੀ ਵਰਗ ਦੇ ਲਈ ਵੀ ਆਵਾਜ਼ ਹੈ, ਬਲਕਿ ਕੁੱਲ ਮਿਲਾ ਕੇ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਇਹ ਮੌਜੂਦਾ ਢਾਂਚੇ ਦੇ ਵਿੱਚ ਧੱਕੇਸ਼ਾਹੀ ਹੋ ਰਹੀ ਹੈ ਉਸ ਦੇ ਖਿਲਾਫ ਆਵਾਜ਼ ਹੈ, ਜਿਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਸਲੇ ਨੂੰ ਉਭਾਰਨਾ ਬਣਦਾ ਤੇ ਉਭਾਰਦੇ ਰਹੇ ਹਾਂ ਆਪਾਂ ਲਗਾਤਾਰ। ਤੇ ਹੁਣ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਜਿਹੜਾ COVID-19 ਦੇ ਹਾਲਤ ਦੇ ਵਿੱਚ ਇਹ ਮੁਹੱਈਆ ਕੀਤਾ ਗਿਆ ਵੀਡੀਓ ਕਾਨਫਰੰਸਿੰਗ ਦਾ, ਇੱਕ ਸਾਰਥਕ ਉਪਰਾਲਾ ਹੈ ਤੇ ਉਹਨਾਂ ਸਾਰੇ ਲੋਕਾਂ ਦੇ ਹੱਕ 'ਚ ਆਵਾਜ਼ ਉਠਾਉਣੀ ਸਾਨੂੰ ਬਹੁਤ ਹੀ ਜ਼ਰੂਰੀ ਚਾਹੀਦੀ ਹੈ। ਬਾਕੀ ਜਿੱਥੇ ਤੱਕ ਜਿਵੇਂ ਨਵਜੋਤ ਕੌਰ ਜੀ ਵੀ ਗੱਲ ਕਰ ਰਹੇ ਸੀ, ਜਿਹੜਾ ਮੀਡੀਆ ਹੀ ਗੋਦੀ ਮੀਡੀਆ ਹੈ, ਜਿਹੜਾ ਮੀਡੀਆ ਹੈ ਹੀ ਸਰਕਾਰੀ ਪੱਖ ਦਾ ਤੇ ਜਿਹੜਾ ਸੱਚ ਨੂੰ ਸਹੀ ਪੇਸ਼ ਨਹੀਂ ਕਰਦਾ, ਉਹਨਾਂ ਦੇ ਖਿਲਾਫ ਕਾਰਵਾਈ ਤਾਂ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਚਾਹੇ ਮੀਡੀਆ ਹੋਵੇ ਚਾਹੇ ਕਲਾਕਾਰ ਆ। ਅੱਜ ਗੁਰਦਾਸ ਮਾਨੂਰੀ ਇੱਕ ਬੜਾ ਉਹਨਾਂ ਨੇ ਚਰਚਾ ਜੀ ਛੇੜੀ ਹੈ, ਮੈਂ ਵੀ ਅਜੀਤ ਸਿੰਘ ਹਾਂ, ਤੇ ਉਹਦੇ ਵਿੱਚ ਕਿਹਾ ਕਿ ਗੁੱਟ ਵੱਢਣੇ ਬੰਦ ਕਰੋ ਤੇ ਗੁੱਟਾਂ ਦੇ ਦਾਨ ਕਰੋ। ਉਹ ਅਜੀਬ ਕਿਸਮ ਦੀ ਸੋਚ ਹੈ। ਜਿਹੜੇ ਲੋਕ ਪਹਿਲਾਂ ਹੀ ਦੁਨੀਆ 'ਚ ਮਨੁੱਖਤਾਵਾਦੀ ਸੋਚ ਧਾਰ ਕੇ ਚੰਗਾ ਪ੍ਰਚਾਰ ਕਰ ਰਹੇ ਹਨ ਇਨਸਾਨੀਅਤ ਦਾ, ਉਹਨਾਂ ਨੂੰ ਤੁਸੀਂ ਕਾਹਦੀਆਂ ਮੱਤਾਂ ਦਿੰਦੇ ਹੋ? ਜਦੋਂ ਲੋਕਾਂ ਤੇ ਜ਼ੁਲਮ ਹੁੰਦਾ ਹੈ, ਆ ਜੋ ਜਿਹੜੇ ਕਸ਼ਮੀਰ ਦੇ ਪੱਤਰਕਾਰ ਨੇ ਜਾਂ ਪੰਜਾਬ ਦੇ ਪੱਤਰਕਾਰ ਨੇ ਉਹਨਾਂ ਤੇ ਤਸ਼ੱਦਦ ਹੋਇਆ, ਤਾਂ ਉਦੋਂ ਇਹਨਾਂ ਕਲਾਕਾਰਾਂ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਵੀ ਫਲਾਹ ਹਾਂ। ਜਦੋਂ ਕਿਸੇ ਨੂੰ ਸਾਈ ਬਾਬੇ ਵਰਗੇ ਨੂੰ ਗ੍ਰਿਫਤਾਰ ਕਰਕੇ ਅਪਾਹਜ ਵਿਅਕਤੀ ਨੂੰ ਜੇਲ੍ਹ 'ਚ ਸੁੱਟਿਆ, ਉਸ ਵੇਲੇ ਕਿਸੇ ਨੇ ਕਿਹਾ ਕਿ ਮੈਂ ਵੀ ਉਹ ਹਾਂ। ਸਿਰਫ ਇਹ ਹੈ ਕਿ ਸਰਕਾਰ ਦੀ ਹਿੱਤ 'ਚ ਭੁਗਤਣ ਵਾਲੇ ਜਿਹੜੇ ਲੋਕ ਨੇ, ਚਾਹੇ ਉਹ ਲੇਖਕ, ਬੁੱਧੀਜੀਵੀ ਹੈ, ਪੱਤਰਕਾਰ ਨੇ, ਉਹ ਸਾਰੇ ਹੀ ਇਸ ਸੋਚ ਦੇ ਧਾਰਨੀ ਨੇ। ਸੋ ਗੁਰਪ੍ਰੀਤ ਸਿੰਘ, ਇੱਕ ਵਾਰ ਫਿਰ ਅਖੀਰ 'ਚ ਇਸ ਉਪਰਾਲੇ ਲਈ ਧੰਨਵਾਦ ਹੈ ਤੁਹਾਡਾ, ਤੇ ਨਾਲ ਹੀ ਇਹੋ ਜਿਹੇ ਯਤਨਾਂ ਦੇ ਵਿੱਚ ਅਸੀਂ ਸਾਰੇ ਆਵਾਜ਼ ਬੁਲੰਦ ਕਰੀਏ, ਇਹ ਸਾਡੀ ਜ਼ਿੰਮੇਵਾਰੀ ਹੈ। ਸ਼ੁਕਰੀਆ ਜੀ। ਸਾਡਾ ਹੋਣਹਾਰ ਨੌਜਵਾਨ ਸਾਥੀ ਸੰਦੀਪ ਮੌਦਗਲ ਸਾਡੇ ਨਾਲ ਹੈ। ਸੰਦੀਪ, ਕੁਝ ਕਹਿਣਾ ਚਾਹੋਗੇ? ਚਲੋ ਕੋਈ ਨਹੀਂ। ਪੁਰਸ਼ੋਤਮ ਦੋਸਾਂਝ ਸਾਡੇ ਜਿਹੜੇ ਪ੍ਰਧਾਨ ਨੇ ਜਥੇਬੰਦੀ ਦੇ IAPA ਦੇ, ਉਹਨਾਂ ਨੂੰ ਮੈਂ ਚਾਹੂੰਗਾ ਜ਼ਰੂਰ ਆਪਣੇ ਦੋ ਸ਼ਬਦ ਕਹਿਣ। ਮੈਂ ਚੀਜ਼ ਦੇ ਵਿੱਚ ਇਹੀ ਕਹਿ, ਸੌਰੀ ਜੀ ਸੰਦੀਪ ਬੋਲੋ, ਕੋਈ ਗੱਲ ਸੰਦੀਪ ਬੋਲੋ। ਮੈਂ ਅਸਲ 'ਚ ਹੁਣੇ ਆਉਣੇ ਹੋਏ ਸੀ, ਮੈਨੂੰ ਇਸ ਚੀਜ਼ ਦੇ ਬਾਰੇ, ਘਟਨਾ ਬਾਰੇ ਪਤਾ ਹੀ ਨਹੀਂ ਸੀਗਾ ਜੀ। ਮੈਂ ਤਾਂ ਹੀ ਇਸ ਚੀਜ਼ ਦੇ ਸੁਣ ਰਿਹਾ ਸੀ ਪ੍ਰੋਪਰਲੀ ਵੀ ਹੋਇਆ ਕੀ ਹੈ ਚੀਜ਼ ਦੇ, ਮੈਂ ਅਪਡੇਟ ਨਹੀਂ ਸੀਗਾ, ਸੌਰੀ। ਨਹੀਂ, ਨੋ ਪ੍ਰੋਬਲਮ। ਹਾਂਜੀ ਪੁਰਸ਼ੋਤਮ ਜੀ। ਹਾਂਜੀ, ਸਾਨੂੰ ਆਪਣੇ ਚਾਹੀਦਾ ਹੈਗਾ, ਜਿਸ ਤਰ੍ਹਾਂ ਉਹ ਪੱਤਰਕਾਰਾਂ ਦੇ ਨਾਲ ਜ਼ਿਆਦਤੀ ਹੋ ਰਹੀ ਹੈ, ਇਕੱਲੀ ਕਸ਼ਮੀਰ ਦੇ ਲੋਕਾਂ ਨਾਲ, ਆਪਣੇ ਪੱਤਰਕਾਰਾਂ ਨਾਲ ਵੀ ਹੋਈ ਹੈਗੀ ਆ, ਨਾਲ ਦੀ ਕਸ਼ਮੀਰੀ ਲੋਕਾਂ ਨਾਲ ਵੀ, ਸਾਰੇ ਹਿੰਦੁਸਤਾਨੀ ਲੋਕਾਂ ਨਾਲ ਹੋ ਰਹੀ ਹੈਗੀ ਆ। ਸਾਨੂੰ ਮਤਲਬ ਕਿ ਜੇ
ਸਾਰਿਆਂ ਨੂੰ ਇਕੱਠੇ ਹੋ ਕੇ ਆਮ ਲੋਕਾਂ ਦੀ ਗੱਲ ਕਰਦਾ ਹੈਗਾ। ਜੇ ਅਸੀਂ ਪੱਤਰਕਾਰੀ ਨੂੰ ਬਚਾਉਣਾ ਹੈਗਾ ਆ ਤੇ ਇਹਨਾਂ ਦੇ ਨਾਲ ਰਲ ਕੇ ਤਾਂ ਹੀ ਬਚਾ ਸਕਦੇ ਹਾਂ ਜੇ ਇਹਨਾਂ ਨੂੰ ਆਪਣੇ ਇਹਨਾਂ ਲਈ ਸਟੈਂਡ ਇਹਨਾਂ ਲਈ ਖੜ ਜਾਈਏ। ਜੇ ਨਾ ਅਸੀਂ ਖੜੇ ਤਾਂ ਅਸੀਂ ਪੱਤਰਕਾਰਤਾ, ਜੇ ਪੱਤਰਕਾਰ ਨਾ ਰਹੇ ਤਾਂ ਅਸੀਂ ਵੀ ਨਹੀਂ ਰਹਾਂਗੇ, ਲੋਕ ਵੀ ਨਾ ਰਹਿਣਗੇ। ਇਸ ਕਰਕੇ ਸਾਨੂੰ ਲੋਕਾਂ ਨੂੰ ਸਾਰਿਆਂ ਨੂੰ ਇਹਨਾਂ ਪੱਤਰਕਾਰ ਨੂੰ ਬਚਾਉਣਾ ਪਵੇਗਾ। ਜੇ ਪੱਤਰਕਾਰ ਹੈਗੇ ਆ ਅਗਾਂਹ ਵਧੂ ਇਹ ਤਾਂ ਅਸੀਂ ਹੈਗੇ, ਲੋਕ ਹੈਗੇ ਆ। ਜੇ ਪੱਤਰਕਾਰ ਇਹ ਰਹਿਣਾ ਨਹੀਂ ਰਹਿਣਗੇ ਅਸੀਂ ਸਭ ਖਤਮ ਹੋ ਜਾਵਾਂਗੇ। ਦੈਟਸ ਆਲ ਜੀ। ਅਖੀਰ ਤੇ ਮੈਂ ਗੱਲ ਕਹਿ ਕੇ ਸਮੇਟੂੰਗਾ ਕਿ ਅੱਜ ਕੱਲ੍ਹ ਰਾਮਾਇਣ ਦੁਬਾਰਾ ਪ੍ਰਸਾਰਿਤ ਕੀਤੀ ਜਾ ਰਹੀ ਹੈ ਭਾਰਤ ਵਿੱਚ। ਸੋ ਰਾਮਾਇਣ ਦੇ ਵਿੱਚ ਇੱਕ ਦ੍ਰਿਸ਼ ਆਉਂਦਾ ਕਿ ਰਾਮ ਚੰਦਰ ਜੀ ਨੂੰ ਜਦੋਂ ਰਾਜਪਾਟ ਦਿੱਤਾ ਗਿਆ ਤਾਂ ਉਹਨਾਂ ਦੇ ਪਿਤਾ ਜੀ ਉਹਨਾਂ ਨੂੰ ਇਹ ਸੁਝਾਅ ਦੇ ਰਹੇ ਨੇ ਕਿ ਤੁਸੀਂ ਆਪਣੇ ਪ੍ਰਜਾ ਦੇ ਵਿੱਚ ਜਿਹੜੇ ਬੁੱਧੀਜੀਵੀ ਨੇ ਉਹਨਾਂ ਦਾ ਸਤਿਕਾਰ ਕਰਨਾ ਸਿੱਖੋ। ਉਹ ਜੇ ਆਲੋਚਨਾ ਕਰਦੇ ਨੇ ਉਹਨੂੰ ਸਿਰ ਮੱਥੇ ਰੱਖ ਕੇ ਉਹਨਾਂ ਤੋਂ ਸਿੱਖਿਆ ਜਾਵੇ। ਪਰ ਇਹ ਜਿਹੜੀ ਪਾਰਟੀ ਜਿਹੜੀ ਰਾਜ ਕਰ ਰਹੀ ਹੈ, ਰਾਮ ਦੇ ਨਾਂ ਤੇ ਵੋਟਾਂ ਲੈਂਦੀ ਰਹੀ ਹੈ, ਰਾਮ ਦੇ ਨਾਂ ਤੇ ਸਿਆਸਤ ਖੇਡਦੀ ਹੈ, ਰਾਮ ਮੰਦਿਰ ਦੀ ਗੱਲ ਕਰਦੀ ਹੈ, ਰਾਮ ਸੇਤੂ ਦੀ ਗੱਲ ਕਰਦੀ ਹੈ ਔਰ ਰਾਮਾਇਣ ਦਿਖਾ ਰਹੀ ਦੁਬਾਰਾ। ਇਸ ਪਾਰਟੀ ਨੂੰ ਪੁੱਛਣ ਵਾਲਾ ਕੋਈ ਹੋਵੇ ਕਿ ਤੁਸੀਂ ਘੱਟੋ ਘੱਟ ਉਸ ਦ੍ਰਿਸ਼ ਤੋਂ ਕੋਈ ਸਿੱਖ ਲਵੋ। ਤੁਸੀਂ ਤਾਂ ਬੁੱਧੀਜੀਵੀਆਂ ਨੂੰ, ਪੱਤਰਕਾਰਾਂ ਨੂੰ ਚੁੱਕ ਕੇ ਜੇਲ੍ਹਾਂ ਸੁੱਟ ਰਹੇ ਹੋ। ਆ ਪਿੱਛੇ ਜੇ ਰਣ ਤੇਲ ਤੁੰਬੜੇ ਨੂੰ ਸੁੱਟਿਆ ਗਿਆ, ਗੌਤਮ ਨਵਲਖਾ ਨੂੰ ਸੁੱਟਿਆ ਗਿਆ। ਸੋ ਇਹ ਸਰਕਾਰ ਜਿਹੜੀ ਹੈ ਆਪਣੇ ਹੀ ਜਿਹੜੇ ਜਿਹਨੂੰ ਕਹਿੰਦੇ ਆਪਣੇ ਹੀ ਅਸੂਲਾਂ ਤੋਂ ਗਿਰੀ ਹੋਈ ਗੱਲਾਂ ਕਰ ਰਹੀ ਹੈ। ਸੋ ਇਹਨਾਂ ਬਾਰੇ ਸੋਚਿਆ ਜਾਵੇ ਕਿ ਇਹਨਾਂ ਦੇ ਦੋ ਚਿਹਰੇ ਨੇ ਇਹਨਾਂ ਲੋਕਾਂ ਦੇ। ਸੋ ਜੇ ਸੱਚਮੁੱਚ ਹੀ ਜੇ ਉਹ ਲੋਕ ਹੀ ਨਾ ਰਹੇ ਸਮਾਜ ਦੇ ਵਿੱਚ, ਮੁਆਸ਼ਰੇ ਵਿੱਚ, ਜਿਹੜੇ ਸਾਨੂੰ ਸਿਰ ਜੋੜ ਕੇ ਬੈਠਣ ਲਈ ਪ੍ਰੇਰਦੇ ਨੇ, ਜਿਹੜੇ ਸਾਨੂੰ ਸੋਚਣ ਲਈ ਪ੍ਰੇਰਦੇ ਨੇ, ਜਿਹੜੇ ਸਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਾਨੂੰ ਚੰਗੀ ਵਿੱਦਿਆ ਦੇਣ ਦੀ, ਸੇਧ ਦੇਣ ਦੀ ਗੱਲ ਕਰਦੇ ਨੇ, ਜੇ ਉਹਨਾਂ ਨੂੰ ਹੀ ਤੁਸੀਂ ਚੁੱਪ ਕਰਾ ਕੇ ਜੇਲ੍ਹਾਂ 'ਚ ਤਾੜੋਗੇ ਉਹਨਾਂ ਪੱਤਰਕਾਰਾਂ ਬੁੱਧੀਜੀਵੀਆਂ ਨੂੰ, ਤਾਂ ਮੇਰਾ ਖਿਆਲ ਤੁਹਾਡੀ ਜਿਹੜੀ ਜਮਹੂਰੀਅਤ ਦੇ ਨਾਂ ਤੇ ਤੁਸੀਂ ਜਿਹੜਾ ਉੱਥੇ ਇੱਕ ਝੂਠ ਦੀ ਦੁਕਾਨ ਖੋਲੀ ਹੋਈ ਆਪਣੀ, ਉਹ ਬਹੁਤੀ ਦੇਰ ਨਹੀਂ ਚੱਲ ਸਕੇਗੀ। ਸੋ ਪਹਿਲਾਂ ਹੀ ਇਹਦੇ ਜਮਹੂਰੀਅਤ ਦੇ ਜਿਹੜੇ ਥੱਲੇ ਜਿਹੜੇ ਕਾਲੇ ਕਾਰਨਾਮੇ ਹੋ ਰਹੇ ਨੇ ਇਸ ਪੂਰੇ ਪਖੰਡ ਥੱਲੇ, ਉਹ ਪਹਿਲਾਂ ਹੀ ਜਗ ਜ਼ਾਹਰ ਹੋ ਚੁੱਕੇ ਨੇ। ਸੋ ਹੁਣ ਤਾਂ ਇਹ ਹੈ ਕਿ ਵੀ ਹਾਲਾਤ ਕਿ ਵੀ ਲੋਕਾਂ ਕੋਲ ਸਿਵਾਏ ਲੜਨ ਦੇ ਜਾਂ ਆਵਾਜ਼ ਉਠਾਉਣ ਦੇ ਹੋਰ ਕੋਈ ਚਾਰਾ ਨਹੀਂ ਰਹਿ ਗਿਆ। ਸੋ ਮੈਂ ਤੁਹਾਡਾ ਸਭ ਦਾ ಋਣੀ ਹਾਂ, ਧੰਨਵਾਦੀ ਹਾਂ ਜਿਹੜੇ ਇਸ ਜ਼ੂਮ ਰੈਲੀ 'ਚ ਸ਼ਾਮਲ ਹੋਏ, ਤਾਂ ਜੋ ਘੱਟੋ ਘੱਟ ਇਸ ਸੰਕਟ ਦੀ ਘੜੀ ਵਿੱਚ ਵੀ ਸਾਡੀ ਆਵਾਜ਼ ਉੱਥੇ ਤੱਕ ਪਹੁੰਚ ਸਕੇ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ। ਅੰਤ ਵਿੱਚ ਇੱਕ ਨਾਰਾ ਦੇ ਕੇ ਮੈਂ ਸਮਾਪਤੀ ਕਰੂੰਗਾ ਰੈਲੀ ਦੀ। ਤਾਂ ਮੈਂ ਉਮੀਦ ਕਰਦਾ ਤੁਸੀਂ ਸਾਥ ਦਿਓਗੇ। ਇੱਕ ਤੇ ਹਮਲਾ, ਸਭ ਤੇ ਹਮਲਾ, ਇੱਕ ਤੇ ਹਮਲਾ, ਸਭ ਤੇ ਹਮਲਾ, ਸਭ ਤੇ ਹਮਲਾ, ਇੱਕ 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 ਤੇ ਹਮਲਾ, ਸਭ ਤੇ ਹਮਲਾ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਫਿਰ ਮੁਲਾਕਾਤ ਹੋਵੇਗੀ। ਮੈਂ ਸਾਰੀ ਜਿਹੜੀ ਆਪਣੀ ਕਾਰਵਾਈ ਅੱਜ ਹੋਈ ਹੈ, ਇਸ ਦੀ ਵੀਡੀਓ ਰਿਕਾਰਡਿੰਗ ਹੋ ਚੁੱਕੀ ਹੈ ਔਰ ਇਹ ਰਿਕਾਰਡਿੰਗ ਜਲਦੀ ਸੋਸ਼ਲ ਮੀਡੀਆ ਤੇ ਵੀ ਅਸੀਂ ਸਾਂਝੀ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ, ਧੰਨਵਾਦ ਜੀ। ਮਿਹਰਬਾਨੀ।